ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਣੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਪ ਜੀ। ਅੰਮ੍ਰਿਤ ਵੇਲੇ ਦੇ ਨਿਤਨੇਮ ਉਪਰੰਤ ਪਵਿੱਤਰ ਆਸਾ ਜੀ ਕੀ ਵਾਰ ਕੇ ਸ਼ਬਦ ਕੀਰਤਨ ਸਰਵਣ ਕਰ ਰਹੇ ਸੀ। ਆਓ ਮਨ ਬਿਰਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ। ਉਪਰੰਤ ਬਾਣੀ ਦੀ ਨਾਲ ਵਿਚਾਰ ਨਾਲ ਜੁੜਨਾ ਕਰਾਂਗੇ ਜੀ। ਰੱਜ ਕੇ ਗੱਜ ਕੇ ਆਖੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਹਰ ਆਪੇ ਮੇਲੇ ਸੇਵਕ ਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਹਰ ਆਪੇ ਮੇਲੇ ਸੇਵਕ ਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮਹਿ ਆਪ ਸਮਾਵਣਿਆ। ਹਉ ਵਾਰੀ ਜੀਉ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ। ਹਉ ਵਾਰੀ ਜੀਉ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ। ਵਾਹਿਗੁਰੂ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਛਤਰ ਚਬਰ ਤਖਤ ਦੇ ਮਾਲਕ, ਸ੍ਰਿਸ਼ਟੀ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 126 ਉੱਪਰ ਸੁਭਾਏਮਾਨ ਹੈ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਕਿ ਉਹ ਪਰਮੇਸ਼ਰ ਆਪ ਹੀ ਕਿਰਪਾ ਕਰਦਾ ਹੈ। ਹਰ ਆਪੇ ਮੇਲੇ ਸੇਵ ਕਰਾਏ, ਅਤੇ ਜਿਹਨੂੰ ਆਪਣੇ ਨਾਲ ਮਿਲਾਉਣਾ ਚਾਹੁੰਦਾ ਉਹਨੂੰ ਕੋਈ ਸੇਵਾ ਲਾ ਦਿੰਦਾ। ਗੁਰੂਆਂ ਦੇ ਜੀਵਨ ਕਾਲ ਵਿੱਚ ਵੀ ਆਪਾਂ ਦੇਖਿਆ, ਜਿਨ੍ਹਾਂ ਦੇ ਉੱਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਉਹਨਾਂ ਨੂੰ ਪਹਿਲਾਂ ਕੋਈ ਸੇਵਾ ਲਾਈ, ਅਤੇ ਜਦੋਂ ਗੁਰੂ ਕਿਸੇ ਸਿੱਖ ਨੂੰ ਸੇਵਾ ਲਾਉਂਦਾ ਤਾਂ ਉਹ ਸਿੱਖ ਬੜਾ ਖੁਸ਼ ਹੁੰਦਾ ਵੀ ਗੁਰੂ ਮੇਰੇ 'ਤੇ ਤਰੁੱਠਿਆ ਹੈ, ਗੁਰੂ ਮੇਰੇ 'ਤੇ ਖੁਸ਼ ਹੋਇਆ ਹੈ, ਮੇਰੇ 'ਤੇ ਤਰੁੱਠਿਆ ਹੈ, ਇਸ ਕਰਕੇ ਮੈਨੂੰ ਹੁਕਮ ਕੀਤਾ, ਮੈਨੂੰ ਸੇਵਾ ਲਾਈ ਆ। ਜਿਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਚੱਤੋ ਪੈਰ 24 ਘੰਟੇ ਧੰਨ ਗੁਰੂ ਨਾਨਕ ਦੇਵ ਜੀ ਦੀ ਹਜ਼ੂਰੀ 'ਚ ਖੜ੍ਹੇ ਰਹਿੰਦੇ, ਹੱਥ ਬੰਨ੍ਹ ਕੇ ਮੈਨੂੰ ਕਦੋਂ ਕੋਈ ਹੁਕਮ ਕਰਨ, ਕਦੋਂ ਸੇਵਾ ਲਾਉਣ, ਫਿਰ ਮੈਂ ਉਹ ਕੰਮ ਕਰਕੇ ਆਵਾਂ ਅਤੇ ਗੁਰੂ ਦੀ ਖੁਸ਼ੀ ਲਵਾਂ। ਔਰ ਐਸੀ ਸੇਵਾ ਕੀਤੀ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਸੇਵਾ ਕਰਦੇ ਕਰਦੇ ਗੁਰੂ ਨਾਨਕ ਦੇਵ ਜੀ ਦਾ ਰੂਪ ਹੀ ਹੋ ਗਏ। ਇਹ ਪੰਗਤੀਆਂ ਪਹਿਲਾ ਪਦਾ ਇਹੀ ਗੱਲ ਕਹਿੰਦਾ ਹੈ, ਜਦੋਂ ਗੁਰੂ ਕਿਰਪਾ ਕਰਦਾ ਹਰ ਆਪੇ ਮੇਲੇ ਸੇਵ ਕਰਾਏ,
ਜਦੋਂ ਹਰੀ ਕਿਸੇ ਨੂੰ ਆਪਣੇ ਵਿੱਚ ਮਿਲਾਉਣਾ ਚਾਹੁੰਦਾ ਹੋਵੇ, ਸੇਵਾ ਲਾਉਂਦਾ ਹੈ, ਗੁਰ ਕੈ ਸ਼ਬਦ ਭਾਉ ਦੂਜਾ ਜਾਏ, ਤੇ ਉਹਦੇ ਅੰਦਰ ਗੁਰੂ ਦੇ ਕੋਲੋਂ ਸ਼ਬਦ ਵਸਾਉਂਦਾ ਹੈ। ਉਹਦੇ ਹਿਰਦੇ ਵਿੱਚ ਗੁਰੂ ਦਾ ਬਖਸ਼ਿਆ ਸ਼ਬਦ ਵਸਦਾ ਹੈ। ਗੁਰੂ ਤੇ ਪਰਮੇਸ਼ਰ ਵੈਸੇ ਇੱਕੋ ਹੀ ਆ, ਉਹ ਦੋ ਰੂਪ ਹੈ। ਸੱਚਖੰਡ ਵਿੱਚ ਪਰਮੇਸ਼ਰ ਸਰੂਪ ਹੈ, ਇੱਥੇ ਗੁਰੂ ਰੂਪ ਹੈ। ਜਿਹੜਾ ਇੱਥੇ ਗੁਰੂ ਰੂਪ ਹੈ, ਇਹੀ ਉੱਥੇ ਸੱਚਖੰਡ 'ਚ ਪਰਮੇਸ਼ਰ ਹੈ। ਸਾਈਂ ਮੀਆਂ ਮੀਰ ਨੇ ਵੀ ਇਹ ਗੱਲ ਸ਼ਾਹਜਹਾਂ ਰਾਜੇ ਨੂੰ ਕਹੀ ਸੀ। ਜਦੋਂ ਪਰਮੇਸ਼ਰ ਕਿਸੇ 'ਤੇ ਖੁਸ਼ ਹੁੰਦਾ ਹੈ ਤੇ ਕੀ ਕਰਦਾ ਹੈ, ਫਿਰ ਉਹਨੂੰ ਗੁਰੂ ਮਿਲਾਉਂਦਾ ਹੈ। ਉਹਨੂੰ ਕਿਸੇ ਨਾ ਕਿਸੇ ਬਹਾਨੇ, ਕਿਸੇ ਦੇ ਜ਼ਰੀਏ, ਕਿਸੇ ਗੁਆਂਢੀ ਦੇ, ਆਂਢੀ ਗੁਆਂਢੀ ਦੇ, ਕਿਸੇ ਮਿੱਤਰ ਪਿਆਰੇ ਦੇ, ਕਿਸੇ ਪਰਿਵਾਰਕ ਮੈਂਬਰ ਦੇ ਬਹਾਨੇ ਉਹਨੂੰ ਗੁਰੂ ਘਰ ਲੈ ਜਾਂਦਾ, ਗੁਰੂ ਦੇ ਕੋਲ ਲੈ ਜਾਂਦਾ। ਅਤੇ ਫਿਰ ਜਦੋਂ ਗੁਰੂ ਦੇ ਕੋਲ ਜਾਂਦਾ ਹੈ, ਅਤੇ ਫਿਰ ਗੁਰੂ ਉਸ 'ਤੇ ਕਿਰਪਾ ਕਰਦਾ, ਤਰੁੱਠਦਾ, ਖੁਸ਼ ਹੁੰਦਾ। ਗੁਰੂ ਉਹਨੂੰ ਸ਼ਬਦ ਦੇ ਦਿੰਦਾ। ਜਿਸ ਤਰ੍ਹਾਂ ਪੰਜਵੇਂ ਪਾਤਸ਼ਾਹ ਜੀ ਅਖੀਰਲਾ ਬਚਨ ਕਰਦੇ ਹਨ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀਤੋ ਹੀ। ਮਹਾਰਾਜ, ਮੈਂ ਤੇਰੇ ਇਸ ਕੀਤੇ ਪਰਉਪਕਾਰ ਦਾ ਬਦਲਾ ਕਿਵੇਂ ਚੁਕਾਵਾਂ, ਨਹੀਂ ਚੁਕਾ ਸਕਦਾ ਕਿ ਤੂੰ ਮੈਨੂੰ ਆਪਣੇ ਲਾਇਕ ਸਮਝਿਆ। ਜੋਗ ਦਾ ਮਤਲਬ ਲਾਇਕ। ਤੂੰ ਮੈਨੂੰ ਆਪਣੇ ਲਾਇਕ ਸਮਝਿਆ ਤੇ ਆਪਦਾ ਬਣਾ ਲਿਆ। ਕਿਰਪਾ ਕਰ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀਤੋ ਹੀ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ। ਵੈਸੇ ਮੇਰੇ 'ਚ ਇੰਨਾ ਕੋਈ ਗੁਣ ਹੈ ਨਹੀਂ ਸੀ, ਟੈਲੈਂਟ ਹੈ ਨਹੀਂ ਸੀ ਕਿ ਤੂੰ ਮੇਰੇ ਗੁਣ ਨੂੰ ਵੇਖ ਕੇ ਲੈ ਲਿਆ ਵੀ ਇਹ ਬਹੁਤ ਪੜ੍ਹਿਆ ਲਿਖਿਆ, ਬੜਾ ਵੱਡਾ ਗਿਆਨੀ ਹੈ, ਇਹਨੂੰ ਮੈਂ ਆਪਦਾ ਬਣਾ ਲਾਂ। ਇਹੋ ਜਿਹੀ ਗੱਲ ਗੁਰੂ ਨਹੀਂ ਸੋਚਦਾ। ਬਸ ਜੀ ਤੇ ਮਨ ਆ ਗਿਆ, ਆ ਗਿਆ ਜੀ, ਤੇ ਦਿਲ ਆ ਗਿਆ ਗੁਰੂ ਦਾ, ਬਸ ਫਿਰ ਉਹ ਕਿਹੋ ਜਿਹਾ ਹੀ ਹੋਵੇ ਤੇ ਉਹਨੂੰ ਆਪ ਦੇ ਵਿੱਚ ਮਿਲਾ ਕੇ ਆਪ ਦਾ ਰੂਪ ਦੇ ਦਿੰਦਾ। ਉਹਨੂੰ ਬਖਸ਼ਾਂ ਵੀ ਸਾਰੀਆਂ ਕਰ ਦਿੰਦਾ। ਨਾ ਮੈਂ ਰੂਪ ਨਾ ਬਾਂਕੇ ਨੈਣਾ, ਨਾ ਮੇਰੇ ਕੋਈ ਰੂਪ ਸੀ, ਨਾ ਮੇਰੀਆਂ ਕੋਈ ਅੱਖਾਂ ਸੋਹਣੀਆਂ ਸੀ, ਨਾ ਮੈਨੂੰ ਬੋਲਣਾ ਆਉਂਦਾ ਸੀ। ਪਤਾ ਨਹੀਂ ਗੁਰੂ ਨੇ ਕਿਵੇਂ ਪ੍ਰਵਾਨ ਕਰ ਲਿਆ ਮੈਨੂੰ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀਤੋ ਹੀ। ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ। ਤਰਸ ਪਿਆ ਮੇਰਾ ਮਤ ਹੋਈ। ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀਵੈ ਹਰਿਆ। ਹੁਣ ਕਿਰਪਾ ਕਰ ਤੂੰ ਮੈਨੂੰ ਆਪਦਾ ਬਣਾ ਹੀ ਲਿਆ, ਆਪਦੇ ਚਰਨੀ ਲਾ ਹੀ ਲਿਆ, ਤੇ ਹੁਣ ਮੈਨੂੰ ਉਹ ਨਾਮ ਵੀ ਦੇ ਦੇ ਨਾ, ਜਿਸ ਨਾਮ ਦੇ ਨਾਲ ਮੇਰਾ ਤਨ ਤੇ ਮਨ ਹਰਾ ਭਰਾ ਹੋ ਜਾਵੇ। ਉਹ ਸ਼ਬਦ ਵੀ ਦੇ ਦੇ, ਉਹ ਕਿਰਪਾ ਕਰ ਦੇ ਹੁਣ ਮੇਰੇ 'ਤੇ। ਜਦੋਂ ਸਿੱਖ ਮੰਗਦਾ ਝੋਲੀ ਕਰਕੇ, ਬੁੱਕ ਕਰਕੇ, ਤੇ ਫਿਰ ਗੁਰੂ ਪਾਤਸ਼ਾਹ ਦਾਤ ਦੇ ਵੀ ਦਿੰਦਾ। ਪਾਤਸ਼ਾਹ ਕਹਿੰਦੇ ਤੇਰੇ ਨਾਮ ਦੇ ਵਿੱਚ ਕਿੰਨੀ ਪਾਵਰ ਆ। ਗੁਰ ਵੰਤਨ ਹਰਿਆ ਕੀਤਿਆ ਨਾਨਕਿਆ ਮਨੁੱਖ। ਇਹ ਤੇਰਾ ਨਾਮ ਤਾਂ ਦਰਖਤਾਂ ਨੂੰ ਹਰੇ ਕਰ ਸਕਦਾ। ਬਾਬਾ ਸ਼੍ਰੀ ਚੰਦ ਦੀ ਗੱਲ ਸੁਣ ਲਓ। ਬਾਬਾ ਸ਼੍ਰੀ ਚੰਦ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਰਹਿੰਦੇ ਨੇ। ਬਾਹਰਲੇ ਪਾਸੇ ਪਰਿਕਰਮਾ ਦੇ ਵਿੱਚ ਉਹਨਾਂ ਦਾ ਸਥਾਨ ਹੈ ਬ੍ਰਹਮ ਬੂਟਾ। ਵਿਹੜੇ 'ਚ ਬੈਠੇ ਆ ਉਹ ਆਪਣੇ ਸਮੇਂ ਦੇ ਦੌਰਾਨ। ਉਸ ਵੇਲੇ ਤੇ ਇੱਕ ਮਾਈ ਰੋਜ਼ਾਨਾ ਉੱਥੇ ਗੁਰੂ ਪਿਆਰਿਓ ਸੇਵਾ ਕਰਨ ਆਉਂਦੀ ਹੈ ਝਾੜੂ ਦੀ। ਬੜਾ ਲੰਮਾ ਸਮਾਂ ਹੋ ਗਿਆ ਉਹਨੂੰ ਸੇਵਾ ਕਰਦੇ ਆ। ਇੱਕ ਦਿਨ ਬਾਬਾ ਸ਼੍ਰੀ ਚੰਦ ਦੀ ਦਇਆ ਦ੍ਰਿਸ਼ਟੀ ਹੋਈ ਉਸ ਮਾਤਾ 'ਤੇ। ਵੱਡੀ ਉਮਰ ਦੀ ਆ, ਕਿਰਪਾ ਹੋਈ ਵੀ ਚਲੋ ਇਹ ਮਾਈ ਨੂੰ ਬੜਾ ਲੰਮਾ ਸਮਾਂ ਹੋ ਗਿਆ ਸੇਵਾ ਕਰਦੇ ਹਾਂ, ਅੱਜ ਇਹਨੂੰ ਸੇਵਾ ਦਾ ਫਲ ਦੇਈਏ। ਬੈਠੇ ਬੈਠੇ ਧੂਣੇ 'ਤੇ ਉਹਦੇ ਵਿੱਚ ਬੋਹੜ ਦੀਆਂ ਲੱਕੜਾਂ ਪੁਰਾਣੀਆਂ ਲੱਗੀਆਂ ਹੋਈਆਂ, ਮੱਚੀ ਜਾਂਦੀਆਂ। ਧੂਣੇ 'ਤੇ ਬੈਠੇ ਆ, ਬੈਠੇ ਬੈਠੇ ਕਹਿੰਦੇ ਮਾਈ ਹਰੋ ਹਰੋ ਭਰੋ। ਹੁਣ ਮਾਈ ਵੀ ਰਮਜ ਨੂੰ ਸਮਝ ਗਈ, ਸਾਧੂਆਂ ਦੀ ਸੇਵਕ ਸੀ ਲੰਬੇ ਸਮੇਂ ਤੋਂ। ਉਹ ਕਹਿੰਦੇ ਨਹੀਂ ਮਹਾਰਾਜ, ਬਸ ਹੁਣ ਤਾਂ ਇੱਦਾਂ ਹੀ ਠੀਕ ਆ, ਰਹਿੰਦਾ ਸਮਾਂ ਵੀ ਤੁਹਾਡੇ ਚਰਨਾਂ 'ਚ ਨਿਕਲ ਜਾਵੇ। ਹਰੋ ਭਰੋ ਦਾ ਮਤਲਬ ਸੀ ਤੇਰੇ ਪੁੱਤਰ ਹੋ ਜਾਵੇ। ਉਹਦੇ ਬੱਚਾ ਨਹੀਂ ਸੀ ਕੋਈ, ਉਹ ਵੱਡੀ ਉਮਰ ਹੋ ਗਈ ਸੀ, ਸਮਾਂ ਲੰਘ ਗਿਆ ਸੀ। ਪਰ ਬਾਬਾ ਸ਼੍ਰੀ ਚੰਦ ਕਹਿਣ ਲੱਗੇ ਮਾਈ ਹਰੋ ਹਰੋ ਭਰੋ। ਕਹਿਣ ਲੱਗੇ ਬਸ ਮਹਾਰਾਜ ਹੁਣ ਤਾਂ ਸਮਾਂ ਲੰਘ ਗਿਆ, ਹੁਣ ਤਾਂ ਰਹਿੰਦੀ ਜ਼ਿੰਦਗੀ ਤੁਹਾਡੇ ਨਾਲ ਚਰਨਾਂ ਨਾਲ ਜੁੜ ਕੇ ਬਤੀਤ ਹੋ ਜਾਵੇ, ਕਿਰਪਾ ਕਰੋ।
दूजी बार फिर बाबा श्री चंद ने कहने कहता माई हरो हरो परो। माता ने फिर बचन कटता, कहते नहीं पातशाह हुण तक किरपा ही करो, नाम की दात बख्शो, जिंदगी परमेश्वर के नाल जुड़ जाए। तो उस वेले फिर बाबा श्री चंद ने तीजा बचन कदों किया, एक मचदी हुई लक्कड़ चक्की धूने चों और मचदा पासा दब के धरती च मारिया, कहने जा फिर तू ही हरो हरो भरो। वो लक्कड़ जी सी बोड़ दी मच रही सी ना, वो जी मचदी हुई लक्कड़ जब जोर नाल धरती च गढ़ती, कहने चल तू ही हरो भरो, वो दरख्त फुटना शुरू हो गया। कोई सतनाम सी, वो लक्कड़ हरी भरी हो गई। बिन तुद होर जे मंगना, सिर दुखा के दुख, देह नाम संतोखिया, उतरे मन की भुख। गुर वन तृण हरिया कीतिया, नानक क्या मनुख बंदा किवें नहीं हरा होऊगा, तो सुक्कियां लकड़ां हरियां कर दिंदा। कोई सतनाम श्री गुरु तां सुक्कियां लकड़ां नूं दरख्त बना दिंदा। अज तक वो ब्रह्म बूटा, वो बोड़ दा दरख्त उस डेरे विच लग्या होया है, जो श्री हरमंदर साहब के पिछले पासे परिक्रमा तो बाहरले पासे जिधर गड्डियां खड़दियां उस पासे गेट है, उसका नाम है स्थान का ब्रह्म बूटा। खैर सतगुरु किरपा करदा, जो सेवा ते रीझदा है, आपे सेवा लायन आपे बख्श करे, सबना का माँ प्यो आप है आपे सार करे। सार जे बोले सहज सुभाए, साध का बोलिया बिरथा ना जाए। बाबे ने बचन करता सी, हुण बचन किते तो चलना ही सीगा। माता ने बेनती करती, महाराज बड़ी उम्र हो गई, हुण संसार की कहेगा, रह नहीं दिओ। फिर उन्हां दा बचन उस लक्कड़ ते लग गया और वो हरी भरी हो गई। खैर हर आपे मेले सेव कराए, जदों परमेश्वर किरपा करदा किसी नूं अपने विच मिलाउण वास्ते उहनूं सेवा लाउंदा है। गुर कै शब्द भाओ दूजा जाए, उहनूं अपना शब्द दिंदा है, नाम दिंदा है, जिस दे नाल उहदे अंदरों दवैत भाव ईरखा दुई दवैत आदि सब खत्म हो जाते हैं, उहदे अंदर बदलाव आउंदा है। जिस तरह दवाई साडे अंदर जाके बदलाव करती है, बीमारी नाल लड़दी है, इस तरह ही गुरु का शब्द भी अंदर दवाई वांगू साडियां बीमारियां नाल, साडियां कमजोरियां नाल लड़दा है जाके। प्रीतम का बचन है, मेरा वैद गुरु गोबिंदा, हर हर नाम औखद मुख देवै, काटै जम की फंदा। केवल शरीर दियां लड़ाइयां कहते नहीं, ये तो दरगाह दियां लड़ाइयां भी लड़दा है, जमां दियां फांसियां भी कट दिंदा है। मेरा वैद गुरु गोबिंदा, हर हर नाम औखद मुख देवै, काटै जम की फंदा। जमां दियां फांसियां भी कट्टण वाला ये नाम, हर आपे मेले सेव कराए, गुर कै शब्द भाओ दूजा जाए। इउं सिख दे अंदरों दवैत भाव ईरखा आदि खत्म हो जाते हैं। जिवें प्रीतम का एक होर बचन याद आया, उठ वंजो किल विखो, पापो भज जाओ। करता घरे आया, इस हिरदे विच इहदा मालक आ गया। शरीर का मालक कौन है भला? इस्त्री रूपी शरीर का मालक उसका पति है, पर इस काया का असल मालक शब्द है। काया कामन सदा सुहेली, पिर वसै जिस नाले। काया साडा शरीर देही ते कामन इस्त्री, ये दोने तां सुखी वसदियां जे इन्हां दा मालक इन्हां दे नाल होवे। इस्त्री दा मालक उसका पति ते काया दा मालक है शब्द। जे ये शरीर काया शब्द नाल जुड़ी हुई है, गुरमंत्र नाल जुड़ी हुई है, तां ये सुखी है। जे गुरु की गल नहीं मनदा मनुख तो फिर दुखी है। इस करके शब्द नाल जुड़ के सुख प्राप्त हुंदा है। ना सुख विच गृहस्थ दे, ना सुख छड्ड गया, सुख है विच विचार दे, सतगुर शरण पिया। गुरु की शरण विच आके सारे सुख मिलते हैं। की करते प्रीतम जी कहने, फिर सिख दे अंदरों ये दवैत भाव खत्म हो जाते। गुर कै शब्द भाओ दूजा जाए, पंजे विकार खत्म हो जाते, इहदा हिरदा निर्मल हो जाता। जिस तरह बच्ची का ब्याह हुंदा है ना, भावें कि बच्ची रोज़ ही इशनान करती है, कोई शक नहीं गा, नवे धोते कपड़े पाउंदी आ, पर जदों ब्याह हुंदा खास करके नहाई धोई की जाती है और उसनूं सुंदर लाल रंग के कपड़े पहनाए जाते हैं, श्रृंगार किया जाता है। मतलब
ਕਿ ਉਹਨੂੰ ਪਤੀ ਮਿਲਣ ਲੱਗਿਆ, ਉਹਨੂੰ ਮਾਲਕ ਮਿਲਣ ਲੱਗਿਆ। ਇਸੇ ਤਰ੍ਹਾਂ ਗੁਰੂ ਸਾਡੀ ਆਤਮਾ ਦਾ ਸ਼ਿੰਗਾਰ ਕਰਦਾ ਹੈ, ਸਾਡੀ ਆਤਮਾ ਨੂੰ ਸਾਫ਼ ਕਰਦਾ ਹੈ, ਸਾਡੇ ਮਨ ਨੂੰ ਸਾਫ਼ ਕਰਦਾ ਹੈ। ਮਨ ਵਿੱਚ ਜਿਹੜੇ ਵਿਸ਼ੇ ਵਿਕਾਰ ਹੈ ਪਹਿਲਾਂ ਉਹਨਾਂ ਨੂੰ ਧੋਂਦਾ ਹੈ ਤਾਂ ਕਿ ਇਹ ਮਾਲਕ ਦੇ ਵਿੱਚ ਮਿਲਣ ਦੇ ਯੋਗ ਹੋ ਜਾਵੇ। ਭਾਂਡਾ ਧੋਏ ਵੈਸ ਧੂਪ ਦੇਵੋ ਤੋ ਦੁੱਧੈ ਕੋ ਜਾਵੋ, ਦੂਧ ਕਰਮ ਫੁਨ ਸੁਰਤ ਸਮਾਇਨ ਹੋਏ ਨਿਰਾਜ ਜਮਾਵੋ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਜਿਸ ਤਰ੍ਹਾਂ ਭਾਂਡੇ ਨੂੰ ਧੋ ਕੇ ਦੁੱਧ ਪਾਈਦਾ, ਇਸੇ ਤਰ੍ਹਾਂ ਗੁਰੂ ਅਮਰ ਦੀ ਦਾਤ ਦੇਣ ਤੋਂ ਪਹਿਲਾਂ ਇਹਨੂੰ ਸਾਫ਼ ਕਰਦਾ। ਜਿਵੇਂ ਭਾਈ ਮੰਝ ਨੂੰ ਸਾਫ਼ ਕੀਤਾ, ਭਾਈ ਮੰਝ ਦੀ ਕਿੰਨੀ ਪ੍ਰੀਖਿਆ ਪਾਈ। ਮੰਝ ਸਰਬਰੀਆਂ ਦਾ, ਪੀਰਾਂ ਦਾ ਚੇਲਾ ਸੀਗਾ। ਇੱਕ ਦਿਨ ਇਸ ਨੇ ਧੰਨ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਸੁਣੇ ਅਤੇ ਸਲਾਹ ਬਣੀ ਮੈਂ ਕਿਉਂ ਨਾ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣ ਜਾਵਾਂ। ਗਿਆਨ ਆ ਗਿਆ, ਸੋਝੀ ਆ ਗਈ। ਅਤੇ ਸੋਝੀ ਆਉਂਦਿਆਂ ਹੀ ਉਸ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਮੈਨੂੰ ਆਪਣਾ ਸਿੱਖ ਬਣਾ ਲਓ। ਅਤੇ ਸਤਿਗੁਰੂ ਜਾਨੀ ਜਾਣ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਭਾਈ ਤੂੰ ਜਿਹਦਾ ਸਿੱਖ ਹੈ ਉਸੇ ਦਾ ਰਹਿ, ਇਹ ਸਾਡੀ ਸਿੱਖੀ ਦੇ ਵਿੱਚ ਰਹਿਣਾ ਬਹੁਤ ਔਖਾ ਹੈ। ਕਹਿੰਦਾ ਨਹੀਂ ਮਹਾਰਾਜ, ਮੈਨੂੰ ਤੁਹਾਡੀ ਸੰਗਤ ਕਰਕੇ ਸੋਝੀ ਆ ਗਈ। ਮੈਂ ਪਹਿਲਾਂ ਸਰਬਰੀਏ ਪੀਰਾਂ ਦਾ ਚੇਲਾ ਸੀ, ਪਰ ਮੈਂ ਉਹਨਾਂ ਨੂੰ ਛੱਡ ਕੇ ਹੁਣ ਸੋਢਾ ਬਣਨਾ ਚਾਹੁੰਦਾ। ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਐਂ ਕਰ, ਜਿਹੜਾ ਉਹਦੇ ਘਰੇ ਮੜੀ ਮਸਾਣੀ ਲਾਈ ਆ, ਕੋਈ ਫੋਟੋ ਕੋਈ ਹੋਰ ਧੂਪ ਬੱਤੀ ਦਾ ਸਮਾਨ ਆ, ਉਹ ਸਾਰਾ ਚੱਕ ਕੇ ਦਰਿਆ ਸਿੱਟ ਕੇ ਆ। ਬੰਦੇ ਦਿਮਾਗ 'ਚੋਂ ਫਿਰ ਹੀ ਨਿਕਲੂ ਨਾ, ਇਹ ਦਿਮਾਗ 'ਚੋਂ ਤਾਂ ਇੱਕ ਫੋਟੋ ਲੱਗੀ ਕੱਢਣੀ ਔਖੀ ਹੋ ਜਾਂਦੀ ਆ। ਭਾਵੇਂ ਬੰਦਾ ਦੂਜੇ ਥਾਂ 'ਤੇ ਜਾਣ ਲੱਗ ਹੀ ਜਾਵੇ, ਪਰ ਜਿਹਨੂੰ ਪਹਿਲਾਂ ਮੰਨਦਾ ਉਹ ਵੀ ਦਿਮਾਗ ਦੇ ਵਿੱਚ ਉਕਰਿਆ ਹੁੰਦਾ, ਉਹਨੂੰ ਕੱਢਣਾ ਬਹੁਤ ਔਖਾ ਹੈ। ਤਾਂ ਗੁਰੂ ਪਿਆਰਿਓ, ਸਤਿਗੁਰੂ ਅਰਜਨ ਦੇਵ ਜੀ ਕਹਿੰਦੇ ਉਹ ਸਾਰਾ ਸਮਾਨ ਖੁੰਡੀਆਂ ਖਾਂਡੀਆਂ ਪੀਰਾਂ ਦੀਆਂ ਜਿਹੜੀਆਂ ਹੋਲੀ ਵਾਲੇ ਦਿਨ ਇਹ ਮੋਢਿਆਂ 'ਤੇ ਮਾਰਦੇ ਨੇ, ਸੰਗਲ ਸੁੰਗਲ ਜੀ ਸਾਰਾ ਕੁਝ ਚੱਕ ਕੇ ਦਰਿਆ ਸਿੱਟ ਗਿਆ। ਉਹ ਘਰੇ ਗਿਆ, ਚੱਕੀ ਕਹੀ ਅਤੇ ਉਹ ਮੜੀ ਜੀ ਬਣਾਈ ਸੀ ਘਰੇ, ਸਥਾਨ ਜਿਹਾ ਬਣਾਇਆ ਸੀ, ਉਹ ਢਾਉਣ ਲੱਗੇ ਆ। ਸਾਰੇ ਪਿੰਡ ਵਾਲੇ ਲੜਨ ਲੱਗੇ, ਘਰ ਵਾਲੇ ਲੜਨ ਲੱਗੇ, ਕੀ ਕਰਦਾ ਉਹ ਕਮਲਾ ਹੋ ਗਿਆ ਤੂੰ। ਕਹਿੰਦਾ ਨਹੀਂ ਨਹੀਂ ਮੇਰਾ ਕੁਛ ਨਹੀਂ ਲੱਗਦਾ, ਮੈਂ ਨਹੀਂ ਇਹਨੂੰ ਮੰਨਦਾ। ਉਹ ਕਹਿੰਦੇ ਉਹ ਤੂੰ ਸਾਡਾ ਜਥੇਦਾਰ, ਭਾਵ ਇਹ ਸਰਬਰੀਏ ਪੀਰਾਂ ਦੇ ਮੇਲੇ 'ਤੇ ਜਾਂਦਾ ਸੀ, ਉਹਨਾਂ ਦਾ ਮੁਖੀ ਵੀ ਸੀਗਾ ਭਾਈ ਮੰਝ। ਤਾਂ ਗੁਰੂ ਪਿਆਰਿਓ, ਉਹ ਸਾਰੇ ਲੜਨ ਲੱਗੇ, ਕਹਿੰਦੇ ਉਹ ਤੂੰ ਸਾਡਾ ਮੁਖੀ ਯਾਰ, ਤੂੰ ਇਹ ਪੁੱਠੇ ਕੰਮ ਕਰਦਾ, ਬਾਬਾ ਔਕੜ ਜੂਗਾ, ਬਾਬਾ ਗੁੱਸੇ ਹੋ ਜੂਗਾ, ਆਪਣੇ ਪਸ਼ੂਆਂ ਨੂੰ ਦੁੱਧ ਨਹੀਂ ਦੇਣਾ, ਜੇ ਇਹੋ ਜਿਹੀਆਂ ਗੱਲਾਂ ਹੁੰਦੀਆਂ। ਉਹ ਕਹਿੰਦਾ ਭਾਵੇਂ ਕੁਛ ਹੋਵੇ, ਭਾਵੇਂ ਮੈਂ ਵੀ ਮਰ ਜਾ, ਮੈਂ ਨਹੀਂ ਇਹਨੂੰ ਮੰਨਦਾ, ਮੈਂ ਤਾਂ ਇਹ ਸਾਰਾ ਸਮਾਨ ਚੱਕ ਕੇ ਨਾ ਬਿਆਸਾ ਦਰਿਆ ਸਿੱਟੂੰਗਾ ਜਾ ਕੇ, ਅਤੇ ਫਿਰ ਗੁਰੂ ਅਰਜਨ ਦੇਵ ਜੀ ਕੋਲ ਜਾਊਂਗਾ, ਉਹਨਾਂ ਦਾ ਸਿੱਖ ਬਣੂੰਗਾ। ਸਭ ਦੇ ਰੋਕਦੇ ਰਾਕਦੇ ਉਹਨੇ ਖੇਸ ਵਿਛਾਇਆ, ਸਾਰੀ ਮਿੱਟੀ ਮੁੱਟੀ ਮੜੀਆਂ ਮੁੜੀਆਂ ਲੋਹਾ ਲਾਹਾ ਚੱਕ ਕੇ ਸਾਰਾ ਵਿੱਚ ਬੰਨੀ ਪੰਡ ਸਿਰ 'ਤੇ ਰੱਖ ਲਈ। ਕਹਿੰਦਾ ਜੇ ਇਹ 'ਚ ਤਾਕਤ ਹੈ ਨਾ, ਮੈਨੂੰ ਹੁਣ ਬਿਆਸਾ ਤੱਕ ਜਾਣ ਤੋਂ ਪਹਿਲਾਂ ਰੋਕ ਲਏ, ਫਿਰ ਮੈਂ ਇਹਦਾ, ਜੇ ਨਾ ਰੋਕ ਸਕਿਆ ਫਿਰ ਮੈਂ ਗੁਰੂ ਅਰਜਨ ਦੇਵ ਦਾ, ਬਾਬੇ ਨਾਨਕ ਦਾ। ਪਰ ਕਿਹਨੇ ਰੋਕਣਾ ਸੀਗਾ? ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਪਹੁੰਚ ਗਿਆ ਬਿਆਸਾ ਦਰਿਆ ਦੇ ਵਿੱਚ, ਮਾਰੇ ਚੱਕ ਕੇ ਉਹ ਗਠੜੀ ਅਤੇ ਪਹੁੰਚ ਗਿਆ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ, ਅਤੇ ਉਹਨਾਂ ਨੇ ਫਿਰ ਸੇਵਾ ਲਾਤੀ, ਸਿੱਖ ਬਣਨ ਆਏ ਨਾ। ਹਰ ਆਪੇ ਮੇਲੇ ਸੇਵ ਕਰਾਏ, ਹੁਣ ਗੁਰੂ ਨੇ ਸਿੱਖ ਨੂੰ ਆਪਦੇ ਵਿੱਚ ਮਿਲਾਉਣਾ ਹੈ ਅਤੇ ਇਹਦੀ ਡਿਊਟੀ ਲਾਤੀ, ਸੇਵਾ ਲਾਤੀ। ਇੱਦਾਂ ਕਰ ਬਈ ਤੂੰ ਲੱਕੜਾਂ ਲਿਆਇਆ ਕਰ ਖੇਤਾਂ 'ਚੋਂ, ਸੁੱਕੀਆਂ ਸੁੱਕੀਆਂ ਲੱਕੜਾਂ ਲੰਗਰ ਵਾਸਤੇ ਲਿਆਇਆ ਕਰ, ਲੰਗਰ ਪ੍ਰਸ਼ਾਦਾ ਪਕਾਉਣ ਵਾਸਤੇ। ਉਹਨੇ ਲੱਕੜਾਂ ਲਿਆਉਣੀਆਂ ਸ਼ੁਰੂ ਕੀਤੀਆਂ, ਰੋਜ਼ 2 ਗੇੜੇ ਲਾਉਂਦਾ, ਇੱਕ ਤੜਕੇ ਇੱਕ ਹੱਥ ਨੇ। ਸਮਾਂ ਬਤੀਤ ਹੁੰਦਾ ਗਿਆ। ਇੱਕ ਦਿਨ ਗੁਰੂ ਪਾਤਸ਼ਾਹ ਕਹਿੰਦੇ ਉਹ ਜਿਹੜਾ ਨਵਾਂ ਸਿੱਖ ਆਇਆ, ਲਾਂਗਰੀ ਨੂੰ ਸੱਦ ਲਿਆ। ਲਾਂਗਰੀ ਨੂੰ ਕਹਿੰਦੇ ਜਿਹੜਾ ਨਵਾਂ ਸਿੱਖ ਆਇਆ ਇੱਕ, ਉਹ ਲੱਕੜਾਂ ਲਿਆਉਂਦਾ। ਹਾਂਜੀ। ਉਹ ਕੀ ਕਰਦਾ ਹੁੰਦਾ? ਕਹਿੰਦੇ ਲੱਕੜਾਂ ਲਿਆਉਂਦਾ, ਹੱਥ ਨੇ ਤੜਕੇ 2 ਪੰਡਾ। ਅੱਛਾ, ਅਤੇ ਰੋਟੀ ਕਿੱਥੋਂ ਖਾਂਦਾ? ਰੋਟੀ ਲੰਗਰ 'ਚੋਂ ਖਾਂਦਾ। ਕਹਿੰਦੇ ਰੋਟੀ ਬੰਦ ਕਰੋ ਉਹਦੀ। ਇਹ ਉਹ ਕਾਹਦੀ ਸੇਵਾ ਹੋਈ? ਫਿਰ ਤਾਂ ਬਰਾਬਰੀ ਕਰ ਗਿਆ, ਲੱਕੜਾਂ ਲਿਆ ਕੇ ਸਿੱਟੀਆਂ, ਰੋਟੀ ਖਾ ਗਿਆ। ਇਹ ਤਾਂ ਸੇਵਾ ਨਾ ਹੋਈ। ਉਹਨੂੰ ਕਹਿ ਦੇ ਵੀ ਇੱਥੋਂ ਲੰਗਰ 'ਚ ਰੋਟੀ ਨਹੀਂ ਖਾਣੀ, ਜੇ ਤੂੰ ਸੇਵਾ ਕਰਨੀ ਹੈ ਤਾਂ। ਹੱਥ ਨੇ ਲਾਂਗਰੀ ਨੇ ਜਵਾਬ ਦੇ ਦਿੱਤਾ, ਕਹਿੰਦੇ ਰੋਟੀ ਨਹੀਂ ਮਿਲਣੀ ਤੈਨੂੰ ਭਾਈ, ਇੱਥੋਂ ਜਿੱਥੋਂ ਮਰਜ਼ੀ ਖਾ। ਉਹ ਕਹਿੰਦਾ 7 ਵਚਨ। ਆਪਣੇ ਵਰਗਾ ਤਾਂ ਲੜ ਪੈਂਦਾ ਵੀ ਕੀ ਗੱਲ ਯਾਰ, ਮੈਂ ਲੱਕੜਾਂ ਲਿਆਉਣਾ ਇੰਨੀਆਂ, ਤੂੰ ਰੋਟੀ ਨਹੀਂ ਖਾ ਦੇ ਸਕਦਾ ਇੱਕ ਦੋ।
ਉਹਨੇ ਰੋਟੀ ਖਾਣੀ ਉੱਥੋਂ ਬੰਦ ਕਰਤੀ। ਸੰਗਤਾਂ ਦੀ ਛੱਡੀ ਹੋਈ ਬੁਰਕੀ 2 ਬੁਰਕੀਆਂ ਥਾਲ 'ਚ ਵੱਜ ਜਾਂਦੀਆਂ, ਉਹ ਖਾ ਕੇ ਟਾਈਮ ਟਪਾਉਣ ਲੱਗਿਆ। ਕਈ ਦਿਨਾਂ ਬਾਅਦ ਮੇਰੇ ਪ੍ਰੀਤਮ ਫਿਰ ਪੁੱਛਦੇ ਆ, ਉਹ ਰੋਟੀ ਕਿੱਥੋਂ ਖਾਂਦਾ ਮੰਝ? ਕਹਿੰਦਾ ਜੀ ਉਹਨੂੰ ਮੈਂ ਤਾਂ ਦੇਣੀ ਬੰਦ ਕਰਤੀ, ਉਹ ਸੰਗਤਾਂ ਛੱਡਿਆ ਹੋਇਆ ਜੂਠ 'ਚੋਂ ਖਾ ਜਾਂਦਾ। ਕਹਿੰਦੇ ਬੰਦ ਕਰ ਉਹਨੂੰ, ਉਹ ਕੀੜੇ ਮਕੌੜਿਆਂ ਦਾ ਮੈਨੂੰ ਜੂਠਾ ਖਵਾਉਂਦਾ, ਕਿਉਂਕਿ ਸਿੱਖ ਨੂੰ ਖਵਾਉਂਦੇ ਆ ਤਾਂ ਗੁਰੂ ਕੋਲੇ ਪਹੁੰਚਦਾ। ਕਹੋ ਸਤਨਾਮ ਸ੍ਰੀ, ਮੈਨੂੰ ਜੂਠਾ ਖਵਾਉਂਦਾ, ਬੰਦ ਕਰ ਉਹਨੂੰ। ਕਹਿ ਨਹੀਂ ਖਾਣਾ। ਉਹ ਵੀ ਬੰਦ ਕਰਤਾ ਭਾਈ। ਉਹ ਪਤਾ ਨਹੀਂ ਹੁਣ ਕਿੱਥੋਂ ਖਾਂਦਾ, ਕਿੱਧਰੋਂ ਖਾਂਦਾ, ਕਦੇ ਖਾਂਦਾ ਕਦੇ ਨਹੀਂ ਖਾਂਦਾ, ਪਰ ਸੇਵਾ ਨਹੀਂ ਛੱਡੀ। ਆਪੇ ਮੇਲੇ ਸੇਵ ਕਰਾਏ, ਗੁਰ ਕੈ ਸ਼ਬਦ ਭਾਉ ਦੂਜਾ ਜਾਏ। ਅੰਦਰੋਂ ਸਫਾਈ ਹੁੰਦੀ ਜਾ ਰਹੀ ਆ, ਸਫਾਈ ਹੁੰਦੀ ਜਾ ਰਹੀ ਆ। ਇੱਕ ਦਿਨ ਸਮਾਂ ਆਇਆ, ਗੁਰੂ ਪਿਆਰਿਓ, ਗੁਰੂ ਪਾਤਸ਼ਾਹ ਜੀ ਨੇ ਪ੍ਰੀਖਿਆ ਪਾ ਦਿੱਤੀ ਵੱਡੀ। ਵੈਸੇ ਤਾਂ ਪ੍ਰੀਖਿਆ ਦੀ ਬਹੁਤ ਹੋਈ ਆ। ਇੱਕ ਵਾਰੀ ਇਸ ਦੇ ਘਰ ਹੁਕਮਨਾਮਾ ਭੇਜਿਆ ਗਿਆ, ਸਿੱਖ ਨੂੰ ਕਿਹਾ ਕਿ 25 ਰੁਪਏ ਸਿੱਖ ਦੀ ਦਰਸ਼ਨੀ ਭੇਟਾ ਅਤੇ 25 ਰੁਪਏ ਹੁਕਮਨਾਮੇ ਵੀ ਦਰਸ਼ਨੀ ਭੇਟਾ, ਇਹ ਲੈ ਕੇ ਫਿਰ ਉਹਨੂੰ ਹੁਕਮਨਾਮਾ ਦੇ। ਸਿੱਖ ਪਹੁੰਚਿਆ, ਉਹਨੂੰ ਜਲ ਪਾਣੀ ਛਕਾਇਆ, ਉਹਨੂੰ ਕਿਹਾ ਵੀ ਆਹ ਮਰ ਮਿੱਤਰਾ, ਗੁਰੂ ਪਾਤਸ਼ਾਹ ਨੇ ਹੁਕਮਨਾਮਾ ਭੇਜਿਆ, ਪਰ ਇਹ ਤੈਨੂੰ ਮੈਂ ਬਾਅਦ 'ਚ ਦੇਣਾ, ਪਹਿਲਾਂ ਮੈਨੂੰ 25 ਰੁਪਏ ਦਰਸ਼ਨੀ ਭੇਟਾ ਦੇ, ਹੁਕਮਨਾਮੇ ਦੀ 25 ਰੁਪਏ ਮੇਰੀ। ਅਤੇ ਉਸ ਨੇ ਗੁਰੂ ਪਿਆਰੋ ਉਸ ਵੇਲੇ 50 ਰੁਪਏ ਆਪਣੀ ਲੜਕੀ ਨੂੰ ਕਿਸੇ ਦੇ ਘਰ ਐਡਵਾਂਸ ਲੈ ਕੇ ਕੰਮ 'ਤੇ ਲਾਇਆ। ਕਹੋ ਸਤਨਾਮ ਸ੍ਰੀ, ਦਿੱਤੇ ਉਹਨੂੰ ਪੈਸੇ। ਖੈਰ ਇਹ ਬਾਅਦ ਦੀ ਹੈ ਗੱਲ। ਤਾਂ ਹੁਣ ਕੀ ਹੋਇਆ, ਇੱਕ ਦਿਨ ਲੱਕੜਾਂ ਲੈ ਕੇ ਆ ਰਹੇ ਆ, ਹਨੇਰੀ ਤੇਜ਼ ਵਗੀ, ਹਵਾ ਤੇਜ਼ ਵਗੀ, ਅਤੇ ਇਹਨੂੰ ਧੱਕਾ ਮਾਰਿਆ ਅਤੇ ਪੈਰ ਲੱਗਦਾ ਨਹੀਂ ਧਰਤੀ 'ਤੇ। ਅੱਖਾਂ ਦੇ ਵਿੱਚ ਵੀ ਰੇਤਾ ਪੈਂਦਾ ਉੱਡ ਉੱਡ ਕੇ, ਦਿਸਦਾ ਕੁਛ ਨਹੀਂ। ਅਤੇ ਕਿਤੇ ਉਹ ਰਸਤੇ ਦੇ ਨੇੜੇ ਕੋਈ ਢੱਠੀ ਮਾਉਣ ਵਾਲਾ ਖੂਹ ਸੀ ਕਹਿੰਦੇ, ਜਿਹਦੀਆਂ ਕੰਧਾਂ ਡਿੱਗੀਆਂ ਹੋਈਆਂ ਸੀਗੀਆਂ ਸਾਈਡਾਂ ਤੋਂ। ਹਵਾ ਨੇ ਮਾਰਿਆ ਧੱਕਾ, ਚੱਕ ਕੇ ਖੂਹ 'ਚ ਮਾਰਿਆ। ਕਹੋ ਸਤਨਾਮ ਸ੍ਰੀ। ਇੱਧਰ ਗੁਰੂ ਅਰਜਨ ਦੇਵ ਜੀ ਦੀਵਾਨ 'ਚੋਂ ਬੈਠ ਕੇ ਉੱਠ ਕੇ ਚੱਲੇ। ਸਿੱਖ ਕਹਿੰਦੇ ਜੀ ਕੀ ਹੋ ਗਿਆ? ਕਹਿੰਦੇ ਆ ਜਾਓ ਮਗਰੇ ਟੋਕਰਾ ਅਤੇ ਰੱਸੇ ਲਿਆਓ। ਮਗਰੇ ਸਿੱਖ ਪਹੁੰਚ ਗਏ, ਟੋਕਰਾ ਅਤੇ ਰੱਸੇ ਲੈ ਕੇ ਉਸ ਢੱਠੀ ਮਾਉਣ ਵਾਲੇ ਖੂਹ 'ਤੇ ਪਾਤਸ਼ਾਹ ਪਹੁੰਚ ਗਏ। ਵਿਅਕਤੀ ਕੌਣ ਹੈ? ਵਿੱਚ ਕੌਣ ਹੈ? ਕਹਿੰਦੇ ਜੇ ਮੰਝ। ਮੰਝ ਦਾ ਦੂਜਾ ਅਰਥ ਵਿੱਚ ਵੀ ਆ। ਕਹਿੰਦੇ ਵਿੱਚ ਕੌਣ ਹੈ? ਵਿੱਚ ਤਾਂ ਵਿੱਚ ਹੀ ਆ, ਮੰਝ ਆ। ਅੱਛਾ ਤੂੰ ਡਿੱਗ ਪਿਆ? ਹਾਂ ਮਹਾਰਾਜ ਮੈਂ ਡਿੱਗ ਪਿਆ। ਚੰਗਾ ਰੱਸਾ ਲਮਕਾਉਣੇ, ਇਹਨੂੰ ਫੜ ਕੇ ਬਾਹਰ ਆ ਜਾ। ਉਹ ਕਹਿੰਦਾ ਜੀ ਪਹਿਲਾਂ ਲੱਕੜਾਂ ਕੱਢ ਲਓ, ਮੈਂ ਸਿੱਧਾ ਹੀ ਡਿੱਗਿਆ, ਲੱਕੜਾਂ ਹਜੇ ਸੁੱਕੀਆਂ ਲੰਗਰ ਦੇ ਕੰਮ ਆ ਜਾਣਗੀਆਂ, ਮੈਂ ਰੱਸਾ ਬੰਨ੍ਹਦਾ, ਪਹਿਲਾਂ ਲੱਕੜਾਂ ਕੱਢ ਲਓ ਫਿਰ ਮੈਨੂੰ ਕੱਢ ਲਿਓ। ਤੋਂ ਪਹਿਲਾਂ ਲੱਕੜਾਂ ਦੀ ਪੰਡ ਬਾਹਰ ਕੱਢੀ, ਫਿਰ ਭਾਈ ਮੰਝ ਨੂੰ ਟੋਕਰੇ ਵਿੱਚ ਬਿਠਾ ਕੇ ਬਾਹਰ ਕੱਢਿਆ। ਅਤੇ ਜਦੋਂ ਭਾਈ ਮੰਝ ਬਾਹਰ ਆ ਕੇ ਧਰਤੀ 'ਤੇ ਖੜ੍ਹਾ ਹੋਇਆ ਅਤੇ ਗੁਰੂ ਸਾਹਿਬ ਨੇ ਆਪਣੇ ਛਾਤੀ ਨਾਲ ਲਾ ਲਿਆ, ਗਲੇ ਨਾਲ ਲਾ ਲਿਆ, ਔਰ ਗਲੇ ਲਾ ਕੇ ਕਹਿੰਦੇ ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਠਾ ਜਗ ਲੰਘਣ ਹਾਰਾ। ਦੇਖੋ ਕਿੰਨਾ ਸਾਫ਼ ਕਰਕੇ ਫਿਰ ਆਪਦਾ ਰੂਪ ਬਣਾਤਾ। ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮੈਂ ਆਪ ਸਮਾਵਣਿਆ। ਇਹੋ ਜਦੋਂ ਹਰੀ ਨਿਰਮਲ ਹੈ ਤੇ ਸਾਡੀ ਆਤਮਾ ਨਿਰਮਲ ਹੋ ਜਾਂਦੀ ਆ, ਫਿਰ ਉਹਦੇ ਵਿੱਚ ਮਿਲਣ ਦੇ ਯੋਗ ਹੁੰਦੀ ਆ। ਜਦੋਂ ਗੁਣਾਂ ਦੇ ਦਾਤੇ ਪਰਮੇਸ਼ਰ ਦੇ ਗੁਣ ਸਾਡੇ ਵਿੱਚ ਆ ਜਾਣ ਤਾਂ ਫਿਰ ਅਸੀਂ ਉਹਦੇ ਵਿੱਚ ਮਿਲ ਸਕਦੇ ਹਾਂ, ਕਿਉਂਕਿ ਜੈਸਾ ਸੇਵੇ ਤੈਸਾ ਹੋਏ। ਜਿਹੋ ਜਿਹਾ ਬੰਦਾ ਸਿਮਰਦਾ ਉਹੋ ਜਿਹਾ ਹੀ ਹੋ ਜਾਂਦਾ, ਜਿਹੋ ਜਿਹੀ ਸੰਗਤ ਕਰਦਾ ਉਹੋ ਜਿਹਾ ਰੰਗ ਚੜ੍ਹ ਜਾਂਦਾ। ਜਦੋਂ ਗੁਰੂ ਵਾਲਾ ਬਣ ਕੇ ਫਿਰ ਸਿਮਰਨਾ ਸ਼ੁਰੂ ਕਰਦਾ, ਇਹਦੀ ਆਤਮਾ ਨਿਰਮਲ ਹੋ ਜਾਂਦੀ ਆ। ਹਰ ਨਿਰਮਲ ਸਦਾ ਗੁਣ ਦਾਤਾ, ਹਰ ਗੁਣ ਮਹਿ ਆਪ ਸਮਾਵਣਿਆ। ਇਹੋ ਹਰੀ ਦੇ ਗੁਣਾਂ ਨੂੰ ਗਾਉਂਦਾ ਗਾਉਂਦਾ ਹਰੀ ਦਾ ਰੂਪ ਹੋ ਜਾਂਦਾ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨ ਜਾਣੋ ਮਾਨਸ ਦੇਹਾ। ਫਿਰ ਮਨੁੱਖਾ ਦੇਹੀ ਅਤੇ ਹਰੀ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ, ਉਹਦਾ ਰੂਪ ਹੋ ਜਾਂਦਾ ਹੈ। ਹਉ ਵਾਰੀ ਜੀਓ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਮੈਂ ਬਲਿਹਾਰੇ ਜਾਵਾਂ ਇਹੋ ਜਿਹੇ ਸਿੱਖਾਂ ਤੋਂ, ਭਾਈ ਮੰਝ ਵਰਗਿਆਂ ਤੋਂ। ਮੈਂ ਬਲਿਹਾਰੇ ਜਾਵਾਂ ਉਹਨਾਂ ਰੱਬ ਦੇ ਪਿਆਰਿਆਂ ਤੋਂ, ਉਹਨਾਂ ਪਰਮੇਸ਼ਰ ਨਾਲ ਮਿਲਿਆਂ ਤੋਂ ਬਾਹਰੇ ਜਾਵਾਂ, ਬਲਿਹਾਰੀ ਜਾਵਾਂ ਤਨ ਕਰਕੇ ਮਨ ਕਰਕੇ।
ਹਉ ਵਾਰੀ ਜੀਓ ਵਾਰੀ ਸੱਚ ਸੱਚਾ ਹਿਰਦੈ ਵਸਾਵਣਿਆ, ਜਿਨੇ ਹਰੀ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਸਿੱਖੋ ਸੱਚ ਜਾਣਿਓ ਸੱਚਾ ਨਾਮ ਸਦਾ ਹੈ ਨਿਰਮਲ, ਗੁਰ ਸ਼ਬਦੀ ਮਨ ਵਸਾਵਣਿਆ। ਆਓ ਆਪਾਂ ਵੀ ਇਸ ਗੁਰੂ ਦੇ ਬਖਸ਼ੇ ਸੱਚੇ ਨਾਮ ਨੂੰ ਜਪਣਾ ਸ਼ੁਰੂ ਕਰੀਏ। ਇਹ ਸਾਡੀ ਮੱਤ ਵਾਸਤੇ ਸਾਬਣ ਦਾ ਕੰਮ ਕਰੇਗਾ। ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉਤਰ ਸਖੇਹ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਨ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ, ਨਾਵੈ ਕੇ ਰੰਗ। ਤੇ ਉਸ ਭਾਈ ਮੰਝ ਨੂੰ ਲਾ ਕੇ ਗਲੇ ਪਾਤਸ਼ਾਹ ਨੇ ਕਿੱਡੀ ਬਖਸ਼ਿਸ਼ ਕਰਤੀ। ਕਹਿੰਦੇ ਅੱਜ ਤੋਂ ਬਾਅਦ ਮੰਝ ਵੀ ਮੇਰਾ ਰੂਪ ਹੀ ਹੋ ਗਿਆ। ਜਿਹੜਾ ਭਾਈ ਮੰਝ ਦੀ ਸੰਗਤ ਕਰੇਗਾ ਉਹ ਵੀ ਪਾਰ ਹੋਵੇਗਾ। ਮੰਝ ਪਿਆਰਾ ਗੁਰੂ ਕੋ, ਗੁਰੂ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿਥਾ, ਜਗ ਲੰਘਣ ਹਾਰਾ। ਪ੍ਰੀਤਮ ਜੀ ਕਹਿੰਦੇ ਸੱਚਾ ਨਾਮ ਸਦਾ ਹੈ ਨਿਰਮਲ। ਇਹ ਪਰਮੇਸ਼ਰ ਦਾ ਪਵਿੱਤਰ ਨਾਮ ਬੜਾ ਹੀ ਨਿਰਮਲ ਹੈ। ਪਰ ਇਹ ਨਾਮ ਸਾਡੇ ਹਿਰਦੇ ਵਿੱਚ ਵਸੂ ਕਿਵੇਂ? ਗੁਰੂ ਦੀ ਕਿਰਪਾ ਨਾਲ। ਗੁਰ ਸ਼ਬਦੀ ਮਨ ਵਸਾਵਣਿਆ। ਗੁਰੂ ਨੇ ਸਾਨੂੰ ਸ਼ਬਦ ਦਿੱਤਾ ਵਾਹਿਗੁਰੂ, ਔਰ ਇਸ ਵਾਹਿਗੁਰੂ ਅੱਖਰਾਂ ਨੂੰ ਜਪਦਿਆਂ ਉਹ ਜਿਹੜਾ ਪਰਮੇਸ਼ਰ ਦਾ ਸੂਖਮ ਨਾਮ ਹੈ ਨਾ, ਉਹ ਸਾਡੀ ਸੁਰਤ ਵਿੱਚ ਬੈਠ ਜਾਣਾ ਜਾ ਕੇ। ਗੁਰ ਸ਼ਬਦੀ ਮਨ ਵਸਾਵਣਿਆ, ਸਾਡੇ ਅੰਤਸ਼ਕਰਨ ਵਿੱਚ ਬੈਠ ਜਾਣਾ। ਰਹਾਓ ਆਪੇ ਗੁਰ ਦਾਤਾ ਕਰਮ ਵਿਧਾਤਾ, ਸੇਵਕ ਸੇਵੈ ਗੁਰਮੁਖ ਹਰਿ ਜਾਤਾ। ਆਪੇ ਗੁਰ ਦਾਤਾ ਕਰਮ ਵਿਧਾਤਾ। ਗੁਰੂ ਕੀ ਹੈ? ਵਿਧਾਤਾ ਕੌਣ ਆ ਭਲਾ? ਜਿਹੜਾ ਸਾਡੇ ਲੇਖ ਲਿਖਦਾ, ਕਰਮ ਲਿਖਦਾ ਜਿਹੜਾ ਸਾਡੇ, ਉਹਨੂੰ ਕਹਿੰਦੇ ਆ ਵਿਧਾਤਾ। ਤੇ ਗੁਰੂ ਵਿਧਾਤਾ ਵੀ ਆ, ਸਾਡੇ ਲੇਖ ਬਦਲਣ ਵਾਲਾ ਵੀ ਆ। ਜਿਸ ਤਰ੍ਹਾਂ ਇੱਕ ਰਾਜੇ ਨੇ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਆਉਣਾ ਕੀਤਾ, ਤੇ ਜਿਸ ਵੇਲੇ ਉਹਨੇ ਨਮਸਕਾਰ ਕੀਤੀ, ਕੋਲੇ ਇੱਕ ਸਿੱਖ ਬੈਠਾ ਬਾਣੀ ਪੜ੍ਹ ਰਿਹਾ ਸੀਗਾ, ਤੇ ਕੁਦਰਤੀ ਉਹ ਬਰਾਬਰ ਹੀ ਉਹਨੇ ਸ਼ਬਦ ਪੜ੍ਹਿਆ ਕਿ ਲੇਖ ਨਾ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ। ਜਿਹੜੇ ਲੇਖ ਲਿਖਤੇ ਨਾ ਬੰਦੇ ਦੇ ਸਖੀ ਮਿੱਤਰੋ, ਉਹ ਮਿਟਦੇ ਨਹੀਂ। ਤੇ ਗੱਲ ਇਹਨੂੰ ਵੀ ਥੋੜ੍ਹੀ ਸਮਝ ਆ ਗਈ ਵੀ ਮਿਟਦੇ ਨਹੀਂ। ਤੇ ਇਹਦੇ ਮਨ ਵਿੱਚ ਉੱਥੇ ਹੀ ਸ਼ੰਕਾ ਪੈ ਗਿਆ, ਫਿਰ ਗੁਰੂ ਕੋਲ ਆਉਣ ਦਾ ਕੀ ਫਾਇਦਾ ਜੇ ਲੇਖ ਮਿਟਦੇ ਹੀ ਨਹੀਂ। ਕਹੋ ਸਤਨਾਮ ਸ੍ਰੀ। ਜੇ ਸਾਡੇ ਲਿਖੇ ਹੋਏ ਲੇਖ ਮਿਟਦੇ ਨਹੀਂ ਤੇ ਫਿਰ ਇੱਥੇ ਆਉਣ ਦਾ ਕੀ ਫਾਇਦਾ। ਪਰ ਗੁਰੂ ਜ਼ਰੂਰ ਬਦਲ ਸਕਦਾ, ਹੋਰ ਨਹੀਂ ਕਿਤੇ ਮਿਟਣੇ। ਮੈਂ ਤੁਹਾਨੂੰ ਇਹ ਦੱਸ ਦੇਵਾਂ, ਗੁਰੂ ਕਹਿੰਦਾ ਕਿ ਇਹਨਾਂ ਨੂੰ ਗੁਰੂ ਬਦਲ ਸਕਦਾ ਹੈ। ਸੂਲੀ ਤੋਂ ਸੂਲ ਬਣਾ ਸਕਦਾ ਹੈ, ਛੋਟਾ ਕੰਡਾ ਬਣਾ ਸਕਦਾ ਹੈ, ਵੱਡੇ ਦੁੱਖ ਨੂੰ। ਗੁਰੂ ਕੋਲੇ ਪਾਵਰ ਹੈ, ਹੋਰ ਕਿਸੇ ਕੋਲੇ ਪਾਵਰ ਨਹੀਂ। ਤੇ ਉਸ ਰਾਜੇ ਨੇ ਜਿਆਦਾ ਫੁਰਨਾ ਬਣਾ ਲਿਆ, ਸ਼ੰਕਾ ਪੈਦਾ ਕਰ ਲਈ। ਤਾਂ ਗੁਰੂ ਪਿਆਰਿਓ, ਸਤਿਗੁਰੂ ਅਰਜਨ ਦੇਵ ਜਾਨੀ ਜਾਨ ਉਹ ਵੀ ਸਮਝ ਗਏ। ਰਾਜੇ ਨੂੰ ਪਰਿਵਾਰ ਸਮੇਤ ਰਿਹਾਇਸ਼ ਵਾਸਤੇ ਕਮਰਾ ਦਿੱਤਾ ਗਿਆ, ਰਿਹਾਇਸ਼ ਦਿੱਤੀ ਗਈ। ਤੁਹਾਨੂੰ ਪਤਾ ਵੀ ਰਾਜੇ ਸ਼ਿਕਾਰ ਖੇਡਿਆ ਕਰਦੇ ਆ। ਗੱਲਾਂ ਬਾਤਾਂ ਹੋਈਆਂ ਸ਼ਾਮਾਂ ਦੇ ਦੀਵਾਨ 'ਚ। ਰਾਤ ਨੂੰ ਰਾਜਾ ਸੌਂ ਗਿਆ, ਤੇ ਰਾਤ ਨੂੰ ਰਾਜੇ ਨੂੰ ਸੁਪਨਾ ਆਇਆ ਬਈ ਉਹ ਆਹ ਜੀਵਨ ਭੋਗ ਕੇ ਮਰ ਗਿਆ। ਅਗਲਾ ਜਨਮ ਹੋਇਆ ਸੂਰ ਪਾਲਣਾਂ ਦੇ ਘਰੇ, ਗਰੀਬਾਂ ਦੇ ਘਰੇ, ਕੰਗਾਲੀ 'ਚ। ਅਗਲੇ ਜਨਮ ਵਿੱਚ ਉਹ ਜੰਮਿਆ ਤੇ ਉਸ ਨੇ ਵੱਡਾ ਹੋਇਆ, ਮਾਂ ਪਿਓ ਨੇ ਸੂਰ ਪਾਲਣ ਲਾਤਾ, ਸੂਰਾਂ ਨੂੰ ਚਾਰਨ ਜਾਂਦਾ, ਸੂਰਾਂ ਨੂੰ ਲੈ ਕੇ ਜਾਂਦਾ। 100 ਸਾਲ ਦੀ ਜ਼ਿੰਦਗੀ ਉਸ ਨੇ ਸੁਪਨੇ ਵਿੱਚ ਬਤੀਤ ਕੀਤੀ ਆ। ਸੂਰਾਂ ਨੂੰ ਪਾਲਦੇ ਆ, ਬਾਲ ਬੱਚੇ ਵੀ ਹੋਏ, ਘਰ ਵਾਲੀ ਵੀ ਆਈ। ਇੱਕ ਛੱਪੜ ਜਿਹਾ, ਉਹ ਛੱਪੜ ਤੋਂ ਪਾਣੀ ਪਿਆਉਂਦਾ ਸੂਰਾਂ ਨੂੰ। ਗਰੀਬੀ ਬੜੀ ਹੈ, ਖੇਤਾਂ ਵਿੱਚੋਂ ਪੀਲਾਂ ਪੂਲਾਂ, ਕਰੀਰਾਂ ਦੇ ਡੇਲੇ ਆਦਿ ਤੋੜ ਕੇ ਖਾਧੇ ਉਸ ਨੇ। ਉਸੇ ਸੁਪਨੇ ਦੇ ਵਿੱਚ ਹੀ ਪੀਲਾਂ ਖਾਧੀਆਂ। ਪਰ ਸੁੱਤਾ ਤਾਂ ਗੁਰੂ ਘਰ 'ਚ ਪਿਆ। ਪਰ ਇਹ ਰਾਤ ਨੂੰ 100 ਸਾਲ ਦੀ ਜ਼ਿੰਦਗੀ ਉਹਨੇ ਸੁਪਨੇ ਦੇ ਵਿੱਚ ਬਤੀਤ ਕੀਤੀ ਆ। ਪਰ ਤੜਕੇ ਜਦੋਂ ਉੱਠ ਕੇ ਇਸਨੇ ਮੂੰਹ ਧੋਤਾ, ਕੁਰਲਾ ਕੀਤਾ ਨਾ, ਤੇ ਦੰਦਾਂ ਵਿੱਚੋਂ ਇੱਕ ਬੀਜ ਨਿਕਲਿਆ ਆ ਪੀਲ ਦਾ।
ਖਾਧਾ ਤਾਂ ਸੁਪਨੇ ਸੀਗਾ। ਪੀਲ ਦਾ ਬੀਜ ਵੀ ਅਮਰੂਦ ਦੇ ਬੀਜ ਵਰਗਾ ਹੁੰਦਾ, ਜਾੜ 'ਚ ਫਸਿਆ ਹੋਇਆ ਨਿਕਲ ਆਇਆ। ਹੈਰਾਨ ਹੋ ਗਿਆ, ਯਾਰ ਸੁਪਨਾ ਵੀ ਮੇਰੇ ਯਾਦ ਆ। ਰਾਤ ਮੈਂ ਸੁਪਨੇ 'ਚ ਗਰੀਬੀ ਦੀ ਜ਼ਿੰਦਗੀ ਕੱਟੀ ਆ ਤੇ ਪੀਲਾਂ ਖਾਧੀਆਂ, ਤੇ ਪਰ ਇਹ ਸੁਪਨੇ ਵਾਲਾ ਬੀਜ ਦੰਦਾਂ 'ਚੋਂ ਕਿੱਥੋਂ ਆ ਗਿਆ। ਇਹਦੇ ਦਿਮਾਗ ਦੇ ਵਿੱਚ ਚੱਕਰ ਚੱਲਣ ਲੱਗੇ ਆ। ਤੜਕੇ ਗੁਰੂ ਸਾਹਿਬ ਨੇ ਦੀਵਾਨ ਤੋਂ ਬਾਅਦ, ਸ਼ਾਮਾਂ ਦੇ ਦੀਵਾਨਾਂ ਤੋਂ ਪਹਿਲਾਂ ਸੁਨੇਹਾ ਭੇਜਤਾ, ਰਾਜੇ ਨੂੰ ਕਹੋ ਆਪਾਂ ਸ਼ਿਕਾਰ ਖੇਡਣ ਚੱਲਦੇ ਹਾਂ। ਕਹੋ ਸਤਨਾਮ ਸ੍ਰੀ, ਘੋੜਿਆਂ 'ਤੇ। ਗੁਰੂ ਅਰਜਨ ਦੇਵ ਮਹਾਰਾਜ ਨੇ ਸੁਨੇਹਾ ਭੇਜਤਾ, ਕਹਿੰਦੇ ਚਲੋ ਜੰਗਲਾਂ ਵੱਲ ਸੈਰ ਸਪਾਟਾ ਕਰਕੇ ਆਉਣੇ, ਨਾਲੇ ਸ਼ਿਕਾਰ ਖੇਡਣ ਚੱਲਦੇ ਹਾਂ। ਕਹਿੰਦੇ ਚਲੋ, ਅਤੇ ਜਿਹਦੇ ਮੂਹਰੋਂ ਸ਼ਿਕਾਰ ਉੱਠੇ ਉਹੀ ਮਾਰੂਗਾ। ਕਹਿੰਦੇ ਠੀਕ ਆ। ਅਤੇ ਗੁਰੂ ਸਾਹਿਬ ਵੀ ਤੁਰ ਪਏ ਸਿੱਖਾਂ ਦੇ ਨਾਲ, ਅਤੇ ਰਾਜਾ ਵੀ ਆਪਣੇ ਵਜ਼ੀਰ ਮੰਤਰ ਨਾਲ ਹੀ ਜਿਹੜੇ 5-7 ਬੰਦੇ ਉਹ ਲੈ ਕੇ ਤੁਰ ਪਿਆ, ਘੋੜਿਆਂ 'ਤੇ ਚੜ੍ਹ ਗਏ। ਗੁਰੂ ਸਾਹਿਬ ਨੇ ਕਲਾ ਵਰਤਾਈ, ਇੱਕ ਮਿਰਗ ਉੱਠਿਆ ਰਾਜੇ ਦੇ ਮੂਹਰੋਂ, ਰਾਜੇ ਨੇ ਘੋੜਾ ਮਗਰ ਲਾ ਲਿਆ, ਬਾਕੀ ਸਾਰੇ ਪਿੱਛੇ ਰਹਿ ਗਏ। ਬੜਾ ਭੱਜਿਆ ਮਿਰਗ, ਪਿੱਛੇ ਇਹ ਭੱਜਿਆ, ਬੜੀ ਦੂਰ ਨਿਕਲ ਗਿਆ। ਗੁਰੂ ਸਾਹਿਬ ਆਪਣੇ ਸਾਥੀਆਂ ਸਮੇਤ, ਰਾਜੇ ਦੇ ਸਾਥੀਆਂ ਸਮੇਤ ਤੁਰੇ ਜਾ ਰਹੇ ਆ, ਮਗਰੇ ਮਗਰ ਹੌਲੀ ਹੌਲੀ। ਇਹ ਗੁਰੂ ਪਿਆਰਿਓ ਸੱਚੀ ਮੁੱਚੀ ਉਸ ਥਾਂ 'ਤੇ ਪਹੁੰਚ ਗਿਆ ਜਿੱਥੇ ਕਿ ਇਹ ਸੁਪਨੇ ਵਿੱਚ ਸੂਰ ਚਾਰਦਾ ਸੀ। ਕਹੋ ਸਤਨਾਮ ਸ੍ਰੀ। ਥੱਕਿਆ ਹੋਇਆ ਮੁੜਕੋ ਮੁੜਕੀ, ਮਿਰਗ ਤਾਂ ਨਾ ਲੋਟ ਆਇਆ, ਨਾ ਮਰਿਆ ਤੋਂ, ਪਰ ਇਹ ਇੱਕ ਦਰੱਖਤ ਦੇ ਹੇਠਾਂ ਜਾ ਕੇ ਸਾਹ ਲੈਣ ਲੱਗਿਆ, ਦਮ ਲੈਣ ਲੱਗਿਆ। ਘੋੜਾ ਬੰਨ੍ਹਤਾ, ਉਤਰ ਗਿਆ, ਛਾਵੇਂ ਬਹਿ ਗਿਆ। ਛੱਪੜ ਦੇ ਕਿਨਾਰੇ ਦਰੱਖਤ ਹੈ, ਠੰਡੀ ਹਵਾ ਹੈ। ਇਤਨੇ ਕੁਝ ਜਵਾਕ ਆ ਗਏ, ਕੁਝ ਬੱਚੇ ਆਏ ਖੇਡਦੇ ਖੇਡਦੇ। ਵੇਖ ਕੇ ਰਾਜੇ ਨੂੰ ਕਹਿੰਦੇ, ਬਾਪੂ ਬਾਪੂ ਤੂੰ ਕਿੱਥੇ ਗਿਆ ਸੀ? ਰਾਜਾ ਕਹਿੰਦਾ, ਉਹ ਮੈਂ ਤੁਹਾਡਾ ਬਾਪੂ ਕਿੱਥੋਂ? ਕਹਿੰਦਾ ਲੈ ਆ ਕਿੱਥੋਂ ਘੋੜਾ ਜਿਹਾ ਅਤੇ ਕਿਰਪਾਨ ਜੀ ਲਿਆਇਆ ਤੂੰ? ਜਵਾਕ ਵਿੱਚੋਂ ਇੱਕ ਦੋ ਘਰੇ ਗਏ ਭੱਜੇ, ਬੇਬੇ ਬੇਬੇ ਬਾਪੂ ਆ ਗਿਆ। ਉਹ ਬੀਬੀ ਘਰੇ ਆ ਗਈ ਉੱਠ ਕੇ, ਉਹਨੇ ਵੀ ਦੇਖਿਆ ਵੀ ਹੈ ਇਹ ਹੈ ਤਾਂ ਮੇਰੇ ਘਰ ਵਾਲੇ ਲੱਗਦਾ, ਇਹ ਕੀ ਰੂਪ ਬਦਲਿਆ ਇਸ ਨੇ। ਕਹਿੰਦੀ ਚਲੋ ਘਰੇ ਚੱਲੀਏ। ਉਹ ਕਹਿੰਦਾ ਤੂੰ ਕੌਣ ਹੈ? ਕਹਿੰਦੀ ਮੈਂ ਤੇਰੇ ਘਰ ਵਾਲੀ ਹਾਂ। ਮੇਰੇ ਘਰ ਵਾਲੀ? ਉਹ ਮੈਂ ਤਾਂ ਰਾਜਾ ਪਹਾੜੀ ਇਲਾਕੇ ਦਾ। ਕਹਿੰਦੀ ਕਮਾਲ ਹੋ ਗਈ ਆ, ਘੋੜਾ ਲੈ ਕੇ ਤੇ ਲੰਮਾ ਚੌੜਾ ਜਿਹਾ ਪਾ ਕੇ ਰਾਜਾ ਬਣਿਆ ਫਿਰਦਾ, ਤੂੰ ਤਾਂ ਸੂਰ ਪਾਲਦਾ ਰਿਹਾ ਮੇਰੇ। ਉਹ ਰਾਤ ਵਾਲੀ ਕਹਾਣੀ ਵੀ ਯਾਦ ਆਉਂਦੀ ਹੈ ਇਸ ਦੇ, ਪਰ ਮੂੰਹ 'ਚੋਂ ਦੱਸੇ ਕਿਵੇਂ ਕਿ ਮੈਂ। ਫਿਰ ਤਾਂ ਫਸ ਗਏ। ਅੱਜ ਉਹ ਰਾਜਾ ਹੁੰਦਾ ਹੋਇਆ ਕੰਗਾਲੀ ਵੀ ਜਿਉਣਾ ਪਊਗਾ। ਜਵਾਬ ਦਿੰਦਾ ਹੈ, ਕਹਿੰਦਾ ਮੈਂ ਤੇਰੇ ਘਰ ਵਾਲਾ ਨਹੀਂ ਹੈਗਾ, ਤੇਰੇ ਘਰ ਵਾਲਾ ਕੋਈ ਹੋਰ ਹੋਣਾ। ਕਹਿੰਦੀ ਤੂੰ ਹੀ ਆ। ਰੌਲਾ ਪੈ ਗਿਆ, ਪਿੰਡ ਵਾਲੇ ਆ ਗਏ, ਪਿੰਡ ਵਾਲੇ ਵੀ ਜਾਣਦੇ ਸੀ ਉਹਦੇ ਘਰ ਨੂੰ, ਜਮਾਂ ਉਹੇ ਜਿਹੇ। ਕਹਿੰਦੇ ਭਾਈ ਸਾਹਿਬ ਜਵਾਕ ਪਾ ਲਓ ਆਪਦੇ, ਐ ਨਹੀਂ ਭੱਜੀ ਦਾ ਹੁੰਦਾ ਘਰੋਂ। ਕਹਿੰਦਾ ਮੈਂ ਇਹਦੇ ਘਰ ਵਾਲਾ ਹੈ ਹੀ ਨਹੀਂ। ਘਬਰਾ ਗਿਆ। ਹੁਣ ਗੁਰੂ ਅਰਜਨ ਦੇਵ ਨੂੰ ਯਾਦ ਕਰਦਾ ਵੀ ਤੂੰ ਇਹਨਾਂ ਨੂੰ ਆ ਕੇ ਦੱਸ ਵੀ ਮੈਂ ਰਾਜਾ, ਹੁਣ ਮੇਰੀ ਕੋਈ ਮੰਨਦਾ ਨਹੀਂ। ਅਤੇ ਗੁਰੂ ਅਰਜਨ ਦੇਵ ਜੀ ਵੀ ਲੈ ਕੇ ਉਹ ਸਾਰੇ ਲਸ਼ਕਰ ਨੂੰ ਹੌਲੀ ਹੌਲੀ ਇਹਨਾਂ ਦੇ ਕੋਲ ਪਹੁੰਚ ਗਏ, ਛੱਪੜ ਥੱਲੇ। ਕਹਿੰਦੇ ਕੀ ਰੌਲਾ ਪੈ ਗਿਆ? ਉਹ ਸੇਠ ਰਾਜਾ ਕਹਿੰਦਾ ਵੀ ਇਹ ਪੁੱਛੋ ਗੁਰੂ ਸਾਹਿਬ ਨੂੰ, ਮੈਂ ਤਾਂ ਇਹਨਾਂ ਦੇ ਕੋਲ ਆਇਆ ਸੀ, ਰਾਜਾ ਮੈਂ ਤਾਂ। ਗੁਰੂ ਅਰਜਨ ਦੇਵ ਕਹਿੰਦੇ ਹੋ ਕੀ ਗਿਆ? ਕਹਿੰਦੇ ਜੀ ਇਹ ਕਹਿੰਦੇ ਆ ਵੀ ਤੂੰ ਸਾਡਾ ਬੰਦਾ, ਘਰੇ ਚੱਲ, ਤੂੰ ਤਾਂ ਸਾਡਾ ਇਹ ਸੂਰ ਪਾਲ ਦੇਣਾ, ਅਤੇ ਮੈਨੂੰ ਆਪ ਦਾ ਘਰ ਵਾਲਾ ਸਮਝਦੇ, ਜਵਾਕ ਮੈਨੂੰ ਪਿਓ ਪਿਓ ਕਰੀ ਜਾਂਦੇ ਆ, ਮੈਂ ਇਹਨਾਂ ਥੋੜ੍ਹੇ ਲੱਗਦਾ ਮੈਂ ਤੁਹਾਡੇ ਨਾਲ ਹਾਂ। ਬਾਦਸ਼ਾਹ ਕਹਿੰਦੇ ਵੀ ਇਹਨਾਂ ਦਾ ਜੇ ਹੋਵੇਗਾ ਤਾਂ ਜਾ ਤੂੰ ਇਹਨਾਂ ਨਾਲ। ਕਹਿੰਦਾ ਜੀ ਮੈਂ ਨਹੀਂ ਜਾਂਦਾ ਗਾ, ਮੈਂ ਇਹਨਾਂ ਦਾ ਹੈ ਹੀ ਨਹੀਂ। ਤਾਂ ਉਸ ਵੇਲੇ ਫਿਰ ਗੁਰੂ ਸਾਹਿਬ ਨੇ ਪੁੱਛਿਆ ਵੀ ਗੱਲ ਕੀ ਹੋ ਗਈ? ਕਹਿੰਦੇ ਜੀ ਸਾਡਾ ਘਰ ਵਾਲਾ ਜਿਹੜਾ ਹੈ ਇਹ ਸਾਡੇ ਨਾਲ ਛਲ ਕਰ ਗਿਆ। ਇਹ ਸੂਰਾਂ ਵਾਲੇ ਨਾ ਇੱਕ ਐਸੀ ਵੀ ਰੀਤ ਹੈ, ਸੰਸਕਾਰ ਦੇ ਕਈ ਢੰਗ ਹੈ, ਆਪਾਂ ਮਚਾਉਣੇ ਆ, ਕੋਈ ਪਾਣੀ ਪ੍ਰਵਾਹ ਕਰਦੇ ਆ, ਕੋਈ ਨੱਪਦੇ ਆ, ਕਈ ਇਹੋ ਜਿਹੇ ਲੋਕ ਆ ਜੰਗਲਾਂ ਵਿੱਚ ਸਿੱਟ ਦਿੰਦੇ ਆ। ਕਹੋ ਸਤਨਾਮ ਸੀ। ਕਹਿਣ ਲੱਗੇ ਵੀ ਤੇਰੇ ਘਰ ਨਿਕਲ, ਕਹਿੰਦੇ ਮਰ ਗਿਆ ਸੀਗਾ ਪਰ ਅਸੀਂ ਨੱਪਤਾ ਸੀਗਾ। ਕਹਿੰਦੇ ਫਿਰ? ਕਹਿੰਦੇ ਜੀ ਇਹ ਲਾਜ਼ਮੀ ਜਿਉਂਦਾ ਹੋਣਾ ਅਤੇ ਨਿਕਲ ਗਿਆ ਅਤੇ ਭੱਜ ਗਿਆ। ਆਹ ਪਤਾ ਨਹੀਂ ਕਿੱਥੋਂ ਘੋੜਾ ਅਤੇ ਕਿਰਪਾਨ ਲਿਆਇਆ, ਅਤੇ ਹੁਣ ਇਹ ਰਾਜਾ ਕਹਿੰਦਾ ਮੈਂ ਰਾਜਾ। ਪਾਤਸ਼ਾਹ ਕਹਿੰਦੇ ਚਲੋ ਉੱਥੇ ਵੇਖਦੇ ਜਿੱਥੇ ਨੱਪਿਆ ਸੀਗਾ। ਕਹਿੰਦੇ ਉੱਥੋਂ ਵੀ ਨਿਕਲਿਆ ਸਰੀਰ ਜਮਾਂ ਉਹਦੇ ਨਾਲ ਦੀ ਸ਼ਕਲ, ਪਰ ਰਾਜਾ ਘਬਰਾ ਗਿਆ ਸੀ ਉਸ ਵੇਲੇ। ਜੇ ਕਿਤੇ ਗੁਰੂ ਸਾਹਿਬ ਨਾ ਆਉਂਦੇ ਤਾਂ ਇਹ ਅੱਜ ਫਸ ਗਿਆ ਸੀਗਾ। ਫਿਰ ਜਦੋਂ ਮੁੜੇ ਰਾਜੇ ਨੂੰ ਛੁਡਾ ਕੇ ਉਹਨਾਂ ਦੇ ਕੋਲੋਂ, ਫਿਰ ਰਸਤੇ ਵਿੱਚ ਰਾਜਾ ਦੱਸਦਾ, ਮਹਾਰਾਜ
ਰਾਤ ਮੈਂ ਸੁਪਨੇ ਦੇ ਵਿੱਚ ਆ ਸਾਰਾ ਸੀਨ ਦੇਖਿਆ, ਇਹੀ ਘਰ ਵਾਲੀ, ਇਹੀ ਬਾਲ ਬੱਚੇ, ਆਹੀ ਛੱਪੜ, ਇਹੀ ਦਰਖਤ, ਇੱਥੇ ਮੈਂ ਸੁਪਨੇ ਵਿੱਚ ਸੂਰ ਪਾਲਦਾ ਰਿਹਾ। ਤੇ ਹੋਰ ਤਾਂ ਹੋਰ, ਰਾਤ ਜਦੋਂ ਮੈਂ ਸੁਪਨੇ ਦੇ ਵਿੱਚ ਪੀਲਾਂ ਖਾਧੀਆਂ ਤੇ ਪੀਲਾਂ ਦਾ ਬੀਜ ਤੜਕੇ ਮੂੰਹ ਧੋਣ ਵੇਲੇ ਮੇਰੇ ਦੰਦਾਂ 'ਚੋਂ ਨਿਕਲ ਆਇਆ। ਪਾਤਸ਼ਾਹ ਕਹਿੰਦੇ ਰਾਜਿਆ ਹੁਣ ਤੈਨੂੰ ਸੱਚੀ ਗੱਲ ਦੱਸਾਂ, ਕੱਲ ਤੂੰ ਇੱਕ ਸ਼ਬਦ ਸੁਣਿਆ ਸੀ ਜਦੋਂ ਮੱਥਾ ਟੇਕਿਆ, ਲੇਖ ਨ ਮਿੱਟੀ ਹੈ ਸਖੀ ਜੋ ਲਿਖਿਆ ਕਰਤਾਰ। ਤੇ ਤੂੰ ਸ਼ੰਕਾ ਕੀਤਾ ਸੀ ਨਾ ਵੀ ਜਦ ਲਿਖਿਆ ਹੋਇਆ ਲੇਖਾ ਬਦਲਦਾ ਹੀ ਨਹੀਂਗਾ, ਮੱਥੇ ਦੇ ਭਾਗ ਬਦਲਦੇ ਨਹੀਂ, ਫਿਰ ਗੁਰੂ ਕੋਲੇ ਜਾਣ ਦਾ ਕੀ ਫਾਇਦਾ? ਕਹਿੰਦੇ ਹਾਂ ਜੀ, ਬਸ ਆਹੀ ਫਾਇਦਾ ਸੀਗਾ। ਜੇ ਤੈਨੂੰ ਅੱਜ ਮੈਂ ਨਾ ਛਡਾ ਕੇ ਲਿਆਉਂਦਾ ਤੇ ਤੈਨੂੰ ਉਹਨਾਂ ਨੇ ਰੱਖ ਲੈਣਾ ਸੀ, ਬੰਨ੍ਹ ਕੇ ਰੱਖਣਾ ਪੈਂਦਾ ਭਾਵੇਂ। ਔਰ ਇਹ ਜਨਮ ਇੱਕ ਤੂੰ ਸਰੀਰ ਛੱਡਣ ਤੋਂ ਬਾਅਦ ਭੋਗਣਾ ਵੀ ਸੀਗਾ, ਪਰ ਉਹ ਤੇਰਾ ਹੀ ਸੁਪਨੇ ਵਿੱਚ ਕੱਟਤਾ। ਕਹੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਰਾਜਾ ਪੈਰੀ ਪੈ ਗਿਆ, ਮਹਾਰਾਜ ਮੈਂ ਤਾਂ ਤਰਕ ਕੀਤਾ ਸੀਗਾ। ਕਹਿੰਦੇ ਪਰ ਇਹ ਗੱਲ ਗੁਰੂ ਕੋਲੇ ਹੈਗੀ ਹੈ। ਮੈਂ ਪੜ੍ਹਿਆ ਸੀ ਸ਼ਬਦ, ਆਪੇ ਗੁਰ ਦਾਤਾ ਕਰਮ ਵਿਧਾਤਾ। ਸਾਡੇ ਕਰਮਾਂ ਨੂੰ ਲਿਖਣ ਵਾਲਾ ਵੀ ਉਹ ਹੈ। ਜਿਵੇਂ ਛੇਵੇਂ ਪਾਤਸ਼ਾਹ ਨੂੰ ਬੀਬੀ ਕਹਿੰਦੀ ਜੀ ਪੁੱਤਰ ਦੀ ਦਾਤ ਬਖਸ਼ੋ, ਪਾਤਸ਼ਾਹ ਕਹਿੰਦੇ ਤੇਰੇ ਭਾਗਾਂ 'ਚ ਲਿਖਿਆ ਨਹੀਂ ਹੈਗਾ। ਭਾਈ ਗੁਰਦਾਸ ਨੂੰ ਦੱਸਦੀ ਆ, ਭਾਈ ਗੁਰਦਾਸ ਜੀ ਕਹਿੰਦੇ ਭਲੀਏ ਉਹ ਲਿਖਣਾ ਵੀ ਤਾਂ ਇਸੇ ਨਹੀਂ ਆ, ਤੂੰ ਕੱਲ੍ਹ ਨੂੰ ਕਲਮ ਸ਼ਾਹੀ ਤੇ ਕਾਗਜ਼ ਲੈ ਕੇ ਆਈ, ਦੁਬਾਰੇ ਬੇਨਤੀ ਕਰੀ। ਉਹਦੀ ਗੱਲ ਮੰਨ ਕੇ ਦੁਬਾਰੇ ਆਈ, ਪਾਤਸ਼ਾਹ ਕਿਰਪਾ ਕਰ ਦਿਓ, ਪੁੱਤਰ ਦਾਤ ਬਖਸ਼ੋ, ਸਾਰੇ ਥਾਵਾਂ ਜਾ ਆਈਆਂ, ਹੁਣ ਤੁਹਾਡੇ ਤੋਂ ਬਿਨਾਂ ਕੋਈ ਥਾਂ ਨਹੀਂ। ਪਾਤਸ਼ਾਹ ਕਹਿੰਦੇ ਤੈਨੂੰ ਕੱਲ੍ਹ ਵੀ ਕਿਹਾ ਸੀ ਤੇਰੇ ਕਰਮਾਂ 'ਚ ਲਿਖਿਆ ਨਹੀਂ ਹੈਗਾ। ਤੇ ਪਾਤਸ਼ਾਹ ਕਿਧਰੇ ਕਹਿੰਦੇ ਜਾ ਵੀ ਰਹੇ ਸੀ ਘੋੜੇ 'ਤੇ ਬੈਠੇ, ਤੇ ਤੁਰੰਤ ਹੀ ਖੜ ਕੇ ਕਾਗਜ਼ ਕਲਮ ਸ਼ਾਹੀ ਕਹਿੰਦੇ ਨਹੀਂ ਲਿਖਿਆ, ਤੁਸੀਂ ਲਿਖਣਾ ਸੀ, ਹੁਣ ਲਿਖ ਦਿਓ। ਪਾਤਸ਼ਾਹ ਨੇ ਵੇਖਿਆ ਵੀ ਭਰੋਸਾ ਹੈ, ਚਲੋ ਆਪਾਂ ਲਿਖ ਦਿਓ, ਆਪਾਂ ਨੂੰ ਕੀ ਹੈ, ਪਰਮੇਸ਼ਰ ਦੇਣਾ ਹੋਇਆ ਦੇ ਦਊਗਾ, ਦੇਣਾ ਤਾਂ ਉਹਨਾਂ ਨੇ ਆਪ ਹੀ ਸੀ। ਫੜਿਆ ਕਾਗਜ਼, ਕਹਿੰਦੇ ਲਿਆ ਲਿਖ ਦਿੰਦੇ ਆ। ਉਹ ਏਕਾ ਪਾਉਣ ਲੱਗੇ ਗੁਰਬਾਣੀ ਵਾਲਾ, ਜਦ ਏਕਾ ਪਾਈਏ ਹੇਠੋਂ ਪੂਛ ਪਿਛਾਂਹ ਨੂੰ ਜਾਂਦੀ ਹੈ ਤੇ ਏਕਾ ਬਣਦਾ, ਗਾਂਹ ਨੂੰ ਜਾਵੇ ਤੇ ਸਾਤਾ ਬਣਦਾ। ਏਕਾ ਪਾਉਂਦੀਆਂ ਪਾਉਂਦੀਆਂ ਪਾਤਸ਼ਾਹ ਨੇ ਫੁਰਨਾ ਬਣਾਇਆ ਵੀ ਹੁਣ ਇਹਨੂੰ ਇੱਕ ਦੀ ਬਜਾਏ 7 ਹੀ ਦੇ ਦਿਓ, ਛੱਡੋ ਖਹਿੜਾ, ਵਾਰੀ ਵਾਰੀ ਫਿਰ ਮੰਗਦੀ ਫਿਰੂਗੀ। ਤੇ ਜਾਣ ਬੁੱਝ ਕੇ ਉਹਨਾਂ ਨੇ ਏਕੇ ਦੀ ਬਜਾਏ ਸਾਤਾ ਪਾਤਾ। ਕਹਿੰਦੇ ਬੀਬੀ ਇੱਕ ਦੇਣਾ ਸੀ, ਇਹ ਤਾਂ ਸਾਤਾ ਪੈ ਗਿਆ, ਹੁਣ ਤੇਰੇ 7 ਪੁੱਤਰ ਹੋਣਗੇ, ਤੂੰ ਐਂ ਕਰੀ ਇੱਕ ਤੂੰ ਰੱਖ ਲਈ, 6 ਸਾਨੂੰ ਦੇ ਦੀ, ਜੰਗਾਂ 'ਚ ਲੋੜ ਹੈ। ਕਹਿੰਦੀ ਨਾ ਜੀ ਮੈਂ ਤਾਂ ਇੱਕ ਵੀ ਨਹੀਂ ਦੇ ਸਕਦੀ, ਕਿ ਤੁਸੀਂ 7 ਦੇ ਸਕਦੇ ਹੋ। ਕਹਿੰਦੇ ਚੰਗਾ ਫਿਰ ਸਾਰੇ ਪਰਿਵਾਰ ਗੁਰਪੁਰਬਾਂ 'ਤੇ ਦਿਹਾੜਿਆਂ 'ਤੇ ਆਇਆ ਕਰੋ, ਸਿੱਖੀ ਵਿੱਚ ਰਹਿਓ। ਕਹਿੰਦੀ ਜੀ ਇਹ ਠੀਕ ਆ, ਤਾਂ ਗੁਰੂ ਜਿਹੜਾ ਹੈ ਇਹ ਸਾਡੇ ਲੇਖ ਵੀ ਬਦਲ ਸਕਦਾ ਹੈ। ਤੇ ਸਤਿਗੁਰੂ ਦੇ ਹੁਕਮ ਦੇ ਨਾਲ ਉਸ ਬੀਬੀ ਦੇ ਘਰ ਫਿਰ 7 ਬੱਚੇ ਹੋਏ। ਆਪੇ ਗੁਰਦਾਤਾ ਕਰਮ ਵਿਧਾਤਾ, ਸੇਵਕ ਸੇਵੈ ਗੁਰਮੁਖ ਹਰ ਜਾਤਾ। ਜਦੋਂ ਗੁਰੂ ਨੂੰ ਰੱਬ ਮੰਨ ਕੇ, ਗੁਰੂ ਨੂੰ ਹਰੀ ਜਾਣ ਕੇ, ਰੱਬ ਜਾਣ ਕੇ ਸੇਵਕ ਸਿਮਰਦਾ ਹੈ, ਸੇਵਦਾ ਹੈ, ਸੇਵਾ ਕਰਦਾ ਹੈ, ਤੇ ਗੁਰੂ ਉਹ ਸਿੱਖ ਦੇ ਕਰਮ ਵੀ ਬਦਲ ਸਕਦਾ ਹੈ। ਕਿੰਨੇ ਕੋੜੀਆਂ ਨੂੰ ਪਾਤਸ਼ਾਹ ਜੀ ਨੇ ਰਾਜੀ ਕਰਕੇ ਬ੍ਰਹਮ ਗਿਆਨ ਦੇ ਕੇ ਉਹਨਾਂ ਤੋਂ ਪ੍ਰਚਾਰ ਕਰਾਇਆ। ਇਹ ਗੁਰੂ ਦੇ ਹੱਥ ਵਿੱਚ ਕਲਮ ਹੈ। ਗੁਰੂ ਪਰਮੇਸ਼ਰ, ਗੁਰ ਪਰਮੇਸ਼ਰ ਏਕੋ ਜਾਣ, ਇਹ ਦੋਨੇ ਇੱਕੋ ਹੀ ਆ, 2 ਰੂਪ ਧਾਰੇ ਹੋਏ ਆ। ਸੇਵਕ ਸੇਵੈ ਗੁਰਮੁਖ ਹਰ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹੇ, ਗੁਰਮਤਿ ਹਰ ਰਸ ਪਾਵਣਿਆ। ਜਦੋਂ ਸਤਿਗੁਰੂ ਦਾ ਬਖਸ਼ਿਆ ਹੋਇਆ ਅੰਮ੍ਰਿਤਮਈ ਨਾਮ, ਅੰਮ੍ਰਿਤ ਦੇ 2 ਅਰਥ ਹੈ, ਮਿੱਠਾ ਵੀ ਹੈ। ਅੰਮ੍ਰਿਤ ਦਾ ਦੂਸਰਾ ਅਰਥ ਹੈ ਮ੍ਰਿਤੂ 'ਚੋਂ ਬਾਹਰ ਕੱਢਣ ਵਾਲਾ, ਜੰਮਣ ਮਰਨ ਤੋਂ ਬਚਾਉਣ ਵਾਲਾ। ਜਦੋਂ ਸਿੱਖ ਅੰਮ੍ਰਿਤਮਈ ਨਾਮ ਨੂੰ ਸਦਾ ਸਿਮਰਦਾ ਹੈ ਤੇ ਸੋਹਣਾ ਲੱਗਦਾ ਹੈ। ਸਈ ਸੱਜਣ ਸੋਹਣੇ, ਸਾਧ ਸੰਗ ਜਿਨ ਬਹਿਣੇ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾਂ ਦਾ ਵਿਸਾਹੋ। ਪ੍ਰੀਤਮ ਜੀ ਕਹਿੰਦੇ ਅੰਮ੍ਰਿਤ ਨਾਮ ਸਦਾ ਜਨ ਸੋਹੇ, ਗੁਰਮਤਿ ਹਰ ਰਸ ਪਾਵਣਿਆ। ਗੁਰੂ ਦੀ ਮੱਤ ਲੈ ਕੇ ਉਹ ਹਰੀ ਦੇ ਨਾਮ ਦੇ ਰਸ ਨੂੰ ਪੀਣਾ ਕਰਦੇ ਹਨ, ਉਹ ਸੋਭਦੇ ਹਨ, ਸੋਹਣੇ ਲੱਗਦੇ ਹਨ। ਇਸ ਗੁਫਾ ਮੈਂ ਇੱਕ ਥਾਨ ਸੁਹਾਇਆ। ਸਰੀਰ ਰੂਪੀ ਗੁਫਾ ਦੇ ਵਿੱਚ ਇੱਕ ਸੁੰਦਰ ਥਾਂ ਹੈ। ਕਿਹੜਾ? ਸਾਡਾ ਦਿਮਾਗ 10ਵਾਂ ਦੁਆਰ। ਇਸ ਵਰਲਡ ਦੇ ਵਿੱਚ ਇੱਕ ਸਥਾਨ ਹੈ ਸੁੰਦਰ। ਕਿਹੜਾ? ਭਾਰਤ ਵਰਸ਼। ਜਿੰਨੇ ਦੇਸ਼ ਹੈ ਤੁਸੀਂ ਨਿਗਾਹ ਮਾਰ ਲਓ, ਜਿੰਨੇ ਅਵਤਾਰ ਹੋਏ ਆ ਉਹ ਭਾਰਤ ਵਿੱਚ ਹੋਏ ਨੇ। ਕਹੋ ਸਤਨਾਮ ਸ੍ਰੀ। ਇੱਕ ਇਹ ਵੀ ਇਹਦਾ ਅਰਥ ਹੈ।
कि इस संसार दे विच एक थां है, इस गुफा मैं एक थान सुहाया, पूरा गुर हौमे भरम चुकाया। जिथे गुरु मिलदा, जिथों चिंता भरम टेंशनां खत्म कीतियां जांदियां, वो आ भारत की धरती है। नंबर 1। नंबर 2, 8 साडा शरीर भी एक गुफा है। इहदे विचों थां है 10वां द्वार, अगम पारा परम पुरख की घाटी, जिथे गुरु का शब्द वसदा है। इस गुफा मैं एक थान सुहाया, पूरा गुर हौमे भरम चुकाया। आन दिन नाम सलाहन रंग राते, गुर किरपा ते पावनिया। उस गुफा दे विच जाके, भाव 10वें द्वार जाके, भाव सुरत नूं शब्द नाल जोड़ के जिहड़े नाम जपदे हन, वो गुरु दे रंग विच रंगे जांदे हन। ये किरपा भी गुरु की किरपा नाल ही मिलदी है। गुर किरपा ते पावनिया, गुर कै शब्द गुफा विचारे आओ। आपां इकट्ठे होके गुरु का शब्द लैके अपने आपे दी विचार करिए। बंदे खोज दिल हर रोज, दिल भी गुफा ही एक। बंदे खोज दिल हर रोज, ना फिर परेशानी माहे। ये जो दुनिया सेहर मेला, दस्तगिरी नाहे। जदों दिल ते दिमाग ये दोने गुरु दे नाल जुड़ के काम करते हैं, तो फिर ये सही रस्ते चलते। कई बारी दिल कहना चंगा काम करनों, दिमाग तर करदा छड्ड ओए पखंडी होना कोई, को सतनाम। कई बारी दिमाग कहता, दिल नहीं कहता। जदों ये दोने इकट्ठे हो जान, फिर बनता हिरदा। फिर हिरदे दे विच दोनों विच बैठ के नाम जपिया जाता। दिल विच प्यार ते दिमाग दे विच सोझी। पातशाह दा बचन है एक कि जिहड़ा है ना, पातशाह कहने ज्ञान दे नाल परमेश्वर नूं सिमरिया जावे। अकली साहिब सेवी है, अकली पाईए मान, अकली पढ़ के बुझिए, अकली कीचे दान। दिल भी काम करे, दिल भी नॉर्मल होवे, कोमल होवे, पर पातशाह कहने गुरमत रूपी अकल नूं भी वरत लिया करो। को सतनाम। मनमत की अकल नहीं कही, गुरमत की अकल। इस नूं लैके कहने नाम जपिया करो। अकली साहिब सेवी है, अकली पाईए मान, अकली पढ़ के बुझिए, अकली कीचे दान। प्रीतम जी कहने गुर कै शब्द गुफा विचारे। गुरु के शब्द नूं लैके अपने आपे की खोज करिए। नाम निरंजन अंतर वसै मुरारे। इहदे विच परमेश्वर का रंग रूप तो रहत नाम वसदा है। मुरारी बंसरी बजाउण वाला, कृष्ण का एक नाम रखिया है मुरारी। उन्हां दा मुरारी नाम बंसरी बजाउण करके पिया। ते इत्थे कृष्ण जी की गल नहीं, उस दुआपर युग दे कृष्ण की गल नहीं। इत्थे गल है उस परमेश्वर के शब्द की, जिहड़ा साडी शब्द अंदर वजदा है। इस घर में घर दिखाए दे, सो सतगुर पुरख सुजान। मैं उस घर के थोड़े लक्षण जानना। की लक्षण है उत्थों दे? जे मैनूं कोई सही रस्ता दे देवे। पंज शब्द धुन घार धुन तै बाजे, शब्द साच निशान। उत्थे 5 तरह दीयां धुनां वजदियां। मुरारी का मतलब धुना। नाम निरंजन अंतर वसै मुरारे, हर गुण गावै शब्द सुहाए, मिल प्रीतम सुख पावनिया। वो शब्द दे डायरैक्शन नाल रात नूं हनेरे विच 2 भरा पानी लाउण गए आ खेत, मस्सिया दी रात होवे ते हनेरा है, एक दूजे तो दूर विछड़ गए। हुण मलाप दा की ढंग है जे उत्थे लाइट ना होवे? मलाप दा ढंग है शब्द। एक आवाज़ मारदा, मैं इधर फिरदा, तू किधर फिरदा। उस दी आवाज़ दे जरिए अपने दूसरे भरा नाल मिल जाता जाके। कहो सतनाम। तो इस तरह साडे अंदर एक आवाज़ आउंदी है सुरत शब्द दे विच। उस आवाज़ नाल जद साडी सुरत जुड़दी आ तो साडी सुरत परमेश्वर दे घर पहुँच सकदी आ। हर गुण गावे शब्द सुहाए, मिल प्रीतम सुख पावनिया। इउं ये जीव जिहड़ा है परमेश्वर दे विच मिल जांदा। खैर इसी 4 पदियां दे विचार रहंदे 4 पदियां विचार आपां कल नूं सरवण करांगे। समा समाप्ति ते आ, इत्थे रोकण दी आग्या बख्शो। बोलदियां ने एक आखर बाद काट हो जांदे। सिख संगतां ते सतगुरु बख्शण जोग है, बख्श लेना जी। समाप्ति करिए। मिलाओ फतेह पाओ फतेह। वाहिगुरु जी का खालसा, वाहिगुरु जी की फतेह। वाहिगुरु।